ਧੰਨ ਵਾਹਿਗੁਰੂ ਸਾਹਿਬ ਜੀਓ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। हम रुड़ते फिरते कोई बात न पूछता, गुर सतगुर संग कीरे हम थापे। धन धन गुरु नानक जन केरा, जित मिलिया चूके सब सोग संतापे। जप तप संजम धर्म ना कमाया, सेवा साध ना जानिया हर राया। कहो नानक हम नीच कर्मा, शरण परे की राखो शर्मा। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराहे तेहा हों करी वखियान। धन वाहिगुरु साहिब जी, जेह घट सिमरन राम को, सो नर मुक्ता जान। तेह नर हर अंतर नहीं, नानक साची मान। जेह घट सिमरन राम को, सो नर मुक्ता जान। तेह नर हर अंतर नहीं, नानक साची मान। वाहिगुरु जी का खालसा, वाहिगुरु जी की फतेह। परम सन्मानयोग चवर छतर तख्त दे मालक, जुगो जुग अटल धन धन सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाएमान गुरु सवारे सतसंगी जनों। सतगुरु गुरु ग्रंथ साहिब महाराज जी दी अपार बख्शिश रहमत दा सदका हफ्तावारी दीवान दियाँ हाज़रियाँ भर के सतगुरां दी पावन गुरबाणी दे पाठ गुरबाणी कीर्तन बड़े प्यार नाल आप जियां ने सरवण कीते हन। साध संगत जो लड़ीवार कथा चल रही है, सतगुरु गुरु तेग बहादुर सच्चे पातशाह महाराज जी दी पावन बाणी दी श्लोकां दी विचार चल रही है। अज जिहड़ा श्लोक आप जी स्क्रीन उत्ते देख रहे हो ते जिस दा पाठ आप जी ने सरवण कीता है, इस दी विचार जिवें सतगुरु समत बख्शिश करनगे आप संगत दे नाल विचार करन दा यतन करांगा। करो किरपा सारे माई भाई, मन दे टिकाऊ वास्ते इकाग्रता दे वास्ते सारे मिल के आओ उचारण करिए ते असीस बख्शो जी। आखो प्यार सहित सतनाम श्री वाहिगुरु जी। सारे करो किरपा सतनाम श्री वाहिगुरु जी। साहिब सतगुरु गुरु तेग बहादुर सच्चे पातशाह महाराज जो बख्शिश कर रहे हैं, जिवें असीं पहलां शब्द के अखरी अर्थ समझते हैं तो उस तो बाद फिर उहदी व्याख्या विचार आरंभ करते हाँ।
ਅਖਰੀ ਅਰਥ ਇਸ ਸ਼ਬਦ ਦੇ ਇਹ ਹਨ ਕਿ ਜਿਹੇ ਘਟ, ਜਿਹੇ ਦਾ ਮਤਲਬ ਹੋ ਗਿਆ ਜਿਸ, ਜਿਸ ਦਾ ਮਤਲਬ ਹੋ ਗਿਆ ਕੋਈ ਵੀ ਜੀਵ, ਚਾਹੇ ਉਹ ਔਰਤ ਹੈ ਮਰਦ ਹੈ, ਉਹ ਕਿਸੇ ਵੀ ਇਲਾਕੇ ਵਿੱਚ ਹੋਵੇ, ਉਹ ਨਾ ਕੋਈ ਜਾਤ ਨਾਲ ਸੰਬੰਧਿਤ ਹੈ, ਨਾ ਪਾਤ ਨਾਲ ਸੰਬੰਧਿਤ ਹੈ, ਨਾ ਰੰਗ ਨਾਲ ਸੰਬੰਧਿਤ ਹੈ, ਨਾ ਧਰਮ ਨਾਲ ਸੰਬੰਧਿਤ ਹੈ, ਨਾ ਇਲਾਕੇ ਤੇ ਬੋਲੀ ਨਾਲ, ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਜਿਹੇ ਸਬਰ ਜਿਹੜਾ ਸ਼ਬਦ ਹੈ, ਜਿਹੇ ਸ਼ਬਦ ਦੇ ਅਰਥ ਇਹ ਨੇ ਜਿਸ ਦੇ ਅੰਦਰ ਵੀ ਪ੍ਰਾਣ ਚੱਲ ਰਹੇ ਨੇ, ਸਵਾਸ ਚੱਲ ਰਹੇ ਨੇ, ਵਾਹਿਗੁਰੂ ਪਰਮਾਤਮਾ ਦੇ ਦਿੱਤੇ ਹੋਏ, ਜਿਹਦੇ ਹਿਰਦੇ ਵਿੱਚ ਚੱਲਦੇ ਪਏ ਨੇ ਸਵਾਸ, ਉਹ ਕੋਈ ਵੀ ਹੋ ਸਕਦਾ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਚਲੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਵਿਚਾਰ ਚੱਲਦੀ ਕਰਕੇ ਮੈਂ ਤਾਂ ਕਹਿ ਰਿਹਾ, ਵੈਸੇ ਸਮੁੱਚੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ, ਉਹਦੇ ਵਿੱਚ ਜਦੋਂ ਵੀ ਤੁਸੀਂ ਦੇਖੋਗੇ ਤੇ ਨਫ਼ਰਤ ਭਰਿਆ ਸ਼ਬਦ ਨਹੀਂ ਤੁਹਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਦਾ। ਇਹ ਗੱਲ ਵੱਖਰੀ ਹੈ, ਅਸੀਂ ਨਫ਼ਰਤ ਦੇ ਭਰੇ ਹੋਣ ਕਰਕੇ ਤੇ ਸ਼ਬਦ ਲੈ ਕੇ ਨਫ਼ਰਤ ਪੈਦਾ ਤੇ ਕਰ ਸਕਦੇ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਮਿਲੇਗਾ ਤੁਹਾਨੂੰ। ਫਿਰ ਮੇਰੀ ਬੇਨਤੀ ਸਮਝਿਓ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਹਾਨੂੰ ਕੋਈ ਵੀ ਸ਼ਬਦ ਨਫ਼ਰਤ ਭਰਿਆ ਨਹੀਂ ਮਿਲਣਾ। ਸਾਡੀ ਆਪਣੀ ਮਲੀਨ ਬੁੱਧੀ ਹੋਣ ਕਰਕੇ ਅਸੀਂ ਬਹੁਤ ਸਿਆਣੇ ਹੋ ਗਏ, ਇਸ ਕਰਕੇ ਗੁਰੂ ਸ਼ਬਦ ਲੈ ਕੇ ਤੇ ਅਸੀਂ ਤਾਂ ਹੋ ਸਕਦਾ ਵੀ ਇਹੋ ਜਿਹੀ ਕੋਈ ਚੀਜ਼ ਪੈਦਾ ਕਰ ਦਈਏ, ਨਫ਼ਰਤ ਅਸੀਂ ਭਾਵੇਂ ਪੈਦਾ ਕਰ ਦਈਏ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਤੁਹਾਨੂੰ ਕੋਈ ਸ਼ਬਦ ਨਹੀਂ ਇਹੋ ਜਿਹਾ ਮਿਲੇਗਾ। ਮੈਂ ਥੋੜ੍ਹਾ ਜਿਹਾ ਬੇਨਤੀ ਕਰਨ ਲੱਗਾ ਪਹਿਲਾਂ ਸ਼ੁਰੂ ਵਿੱਚ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ, ਮੈਂ ਸਿਰਫ ਇਸ ਦੇ ਅਰਥ ਕਰਨ ਲੱਗਾ ਕਿ ਜਿਹੇ ਸ਼ਬਦ ਜਿਹੜਾ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ, ਮਹਾਰਾਜ ਕਹਿੰਦੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਉਹਦੇ ਕਹਿ ਦਿੱਤਾ ਨਾ, ਤੇ ਸਭ ਦੇ ਵਿੱਚ ਆਪਾਂ ਸਿੱਖ ਹੀ ਥੋੜ੍ਹਾ ਇਕੱਲੇ ਆਉਨੇ ਆ, ਸਭ ਦੇ ਵਿੱਚ ਕੋਈ ਹਿੰਦੂ ਜਾਂ ਮੁਸਲਮਾਨ ਈਸਾਈ ਥੋੜ੍ਹਾ ਇਕੱਲਾ ਆਉਂਦਾ ਹੈ, ਸਭ ਦੇ ਵਿੱਚ ਇਕੱਲੇ ਮਨੁੱਖ ਵੀ ਨਹੀਂ ਆਉਂਦੇ ਜਿਵੇਂ ਦੇ ਅਰਥ ਕਰਦਿਆਂ ਤੇ, ਸਭ ਦੇ ਵਿੱਚ ਸਾਰੀ ਬਣਾਈ ਹੋਈ ਦੀ ਪੈਦਾ ਕੀਤੀ ਹੋਈ ਜਿਹੜੀ ਸ੍ਰਿਸ਼ਟੀ ਹੈ ਪਰਮਾਤਮਾ ਦੀ, ਇਹ ਆ ਜਾਂਦੀ ਹੈ। ਇਹ ਭਗਤ ਜੀ ਦਾ ਸ਼ਬਦ ਹੈ, ਕਬੀਰ ਸਾਹਿਬ ਜੀ ਦਾ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਫਿਰ ਭਲਾ ਕਿਹੜਾ ਤੇ ਮਾੜਾ ਕਿਹੜਾ, ਕੌਣ ਭਲੇ ਕੋ ਮੰਦੇ। ਬਾਣੀ ਦਾ ਬਚਨ ਹੈ ਕਿ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਮੈਂ ਅੱਗੇ ਚਲੋ ਆਪਾਂ ਵਿਆਖਿਆ ਕਰਾਂਗੇ, ਪਹਿਲਾਂ ਅਖਰੀ ਅਰਥ ਸਮਝੀਏ। ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਜਿਹੇ ਘਟ, ਜਿਹੇ ਦਾ ਅਰਥ ਹੋ ਗਿਆ ਜਿਸ ਹਿਰਦੇ ਵਿੱਚ, ਤੇ ਜਿਸ ਦੇ ਅਰਥ ਮੈਂ ਕਰ ਦਿੱਤੇ ਕਿ ਸਾਧ ਸੰਗਤ ਜੀ ਪੂਰੀ ਮਾਨਵਤਾ ਜਿਹੜੀ ਹੈ, ਉਹ ਕਿਸੇ ਵੀ ਇਲਾਕੇ ਵਿੱਚ ਕੋਈ ਰਹਿ ਰਿਹਾ, ਕੋਈ ਬੋਲੀ ਬੋਲ ਰਿਹਾ ਹੈ, ਉਹਦਾ ਰੰਗ ਨਸਲ ਰੂਪ ਕੀ ਹੈ, ਇਸ ਚੀਜ਼ ਨਾਲ ਕੋਈ ਮਤਲਬ ਨਹੀਂ। ਮਹਾਰਾਜ ਕਹਿੰਦੇ ਜਿਹੇ ਘਟ, ਜਿਸ ਹਿਰਦੇ ਵਿੱਚ, ਘਟ ਮੈਨੇ ਹੋ ਗਿਆ ਹਿਰਦਾ, ਜਿਸ ਹਿਰਦੇ ਦੇ ਵਿੱਚ ਜਿਹੇ ਘਟ ਸਿਮਰਨ, ਜਿਸ ਵੀ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਯਾਦ ਹੈ, ਸਿਮਰਨ ਦਾ ਅਰਥ ਹੈ ਯਾਦ, ਸਦੀਵੀ ਤੌਰ ਤੇ ਜਿਸ ਹਿਰਦੇ ਵਿੱਚ, ਜਿਸ ਘਟ ਵਿੱਚ ਬਣੀ ਰਹਿੰਦੀ ਹੈ, ਮਹਾਰਾਜ ਕਹਿ ਰਹੇ ਨੇ ਜਿਹੇ ਘਟ ਸਿਮਰਨ ਰਾਮ ਕੋ ਦਾ ਅਰਥ ਹੈ ਦਾ, ਕੋ ਦਾ ਜਿਹੜਾ ਅਰਥ ਹੈ ਨਾ, ਇਹਦਾ ਮਤਲਬ ਦਾ, ਸਿਮਰਨ ਵਾਹਿਗੁਰੂ ਦਾ, ਇਹਦਾ ਅਰਥ ਹੋ ਗਿਆ ਜਿਸ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਹੋ ਰਿਹਾ ਹੈ। ਜਿਹੇ ਘਟ ਸਿਮਰਨ ਰਾਮ ਕੋ ਸੋ ਨਰ, ਸੋ ਦਾ ਮਤਲਬ ਹੋ ਗਿਆ ਉਹ, ਨਰ ਫਿਰ ਸ਼ਬਦ ਆ ਗਿਆ ਨਾ, ਨਰ ਦਾ ਮਤਲਬ ਸਾਰੇ ਜੀਵ ਪ੍ਰਾਣੀ, ਔਰਤ ਮਰਦ ਸਾਰੇ ਆ ਗਏ। ਮਹਾਰਾਜ ਕਹਿੰਦੇ ਨੇ ਉਹ ਜਿਹੜਾ ਜੀਵ ਹੈ, ਪ੍ਰਾਣੀ ਹੈ, ਉਹ ਮੁਕਤ ਜਾਣੋ। ਜਿਹੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਤੇ ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕੱਲਾ ਮੁਕਤ ਹੀ ਨਹੀਂ ਉਹ ਹੋਇਆ, ਹਰ ਜਨ ਹਰ ਅੰਤਰ ਨਹੀਂ। ਮਹਾਰਾਜ ਕਹਿੰਦੇ ਉਸ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਵੀ ਭੇਦ ਨਾ ਸਮਝੋ, ਨਾਨਕ ਸਾਚੀ ਮਾਨ, ਇਹ ਗੱਲ ਸੱਚੀ ਮੰਨ ਲੈ। ਇੱਥੇ ਮਾਨ ਦਾ ਅਰਥ ਮੰਨਣਾ ਹੈ। ਜਦੋਂ ਮਾਨ ਦੇ ਅਰਥ ਅਸੀਂ ਅਹੰਕਾਰ ਵੀ ਕਰਦੇ ਹਾਂ, ਹਉਮੈ ਵੀ ਕਰਦੇ ਹਾਂ ਕਿ ਸਾਧੋ ਮਨ ਕਾ ਮਾਨ ਤਿਆਗੋ, ਉੱਥੇ ਮਾਨ ਦਾ ਅਰਥ ਮੰਨਣਾ ਨਹੀਂ ਹੋਏਗਾ, ਉੱਥੇ ਹੈ ਅਹੰਕਾਰ ਤਿਆਗ ਦਿਓ। ਇੱਥੇ ਮਾਨ ਦਾ ਅਰਥ ਹੋ ਗਿਆ ਮਨ। ਇਸ ਗੱਲ ਨੂੰ ਮਹਾਰਾਜ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿ ਜਿਸ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦਾ ਨਾਮ ਹੈ, ਸਿਮਰਨ ਹੈ, ਉਹਦੀ ਯਾਦ ਹੈ, ਉਹ ਜੀਵ ਮੁਕਤ ਹੋ ਗਿਆ। ਤੇ ਮਹਾਰਾਜ ਕਹਿੰਦੇ ਕੱਲਾ ਮੁਕਤ ਨਹੀਂ ਹੋਇਆ, ਉਸ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈ, ਉਹ ਰੱਬ ਦਾ ਰੂਪ ਹੋ ਗਿਆ। ਇਹ ਗੱਲ ਮਹਾਰਾਜ ਕਹਿੰਦੇ ਸੱਚੀ ਕਰਕੇ ਸਾਡੀ ਮੰਨ ਲੈ। ਇਹ ਨੇ ਅਖਰੀ ਅਰਥ। ਹੁਣ ਅਸੀਂ ਇਸ ਦੀ ਵਿਆਖਿਆ ਨਾਲ ਜੁੜਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ, ਉਹ ਗੁਰਮੁਖੋ ਸਾਨੂੰ ਇਸ ਗੱਲ ਉੱਤੇ ਜ਼ੋਰ ਦੇ ਰਹੀ ਹੈ ਕਿ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਵਾਲੇ ਬੰਨੇ ਤੁਰਨ ਦੇ ਲਈ, ਬਾਣੀ ਵਾਲੇ ਬੰਨੇ, ਨਾਮ ਵਾਲੇ ਬੰਨੇ, ਸਿਮਰਨ ਵਾਲੇ ਬੰਨੇ। ਫਿਰ ਸਵਾਲ ਖੜੇ ਹੁੰਦੇ ਨੇ ਵੀ ਸਿਮਰਨ ਕਿਉਂ ਕਰਨਾ ਹੈ ਜੀ, ਕਾਹਦੇ ਵਾਸਤੇ ਕਰਨਾ ਹੈ। ਇਹਦੇ ਤੇ ਥੋੜੀ ਜਿਹੀ ਮੈਂ ਬੇਨਤੀ ਕਰਨ ਲੱਗਿਆ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਪਹਿਲੀ ਗੱਲ ਤੇ ਇਹ ਸਵਾਲ ਹੀ ਨਹੀਂ ਬਣਦਾ ਵੀ ਕਿਉਂ ਕਰਨਾ ਹੈ, ਕਾਹਦੇ ਵਾਸਤੇ ਕਰਨਾ ਹੈ। ਕਿਉਂਕਿ ਜਿਸ ਜੀਵ ਨੂੰ ਇਹ ਪਤਾ ਹੈ ਨਾ ਕਿ ਭਈ ਪ੍ਰਾਪਤ ਮਾਨੁਖ ਦਿਉਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਦਾ ਮਤਲਬ ਸਿੱਧਾ ਸਪਸ਼ਟ ਹੋ ਗਿਆ ਵੀ ਆਏ ਅਸੀਂ ਇਸ ਵਾਸਤੇ ਹਾਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਬਾਵਨ ਬਾਣੀ 'ਚ ਬਚਨ ਆਉਂਦਾ ਹੈ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ, ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਮਹਾਰਾਜ ਕਹਿੰਦੇ ਲਾਹ ਹੈ ਮਨੁੱਖਾ ਜੀਵਨ ਵਿੱਚ ਜਿਹੜਾ ਜੀਵ ਲੈ ਸਕਦਾ ਹੈ। ਹੁਣ ਮੈਂ ਬੇਨਤੀ ਕਰਾਂ ਵੀ ਕਿਉਂ ਜੁੜਨਾ ਸੀ। ਕਈ ਬੰਦੇ ਕਹਿੰਦੇ ਜੇ ਬੰਦੇ ਦੀ ਖੁਸ਼ਾਮਦ ਕਰੋ ਤੇ ਮਾੜੀ ਹੈ, ਤੇ ਰੱਬ ਦਾ ਨਾਮ ਸਿਮਰਨਾ ਵੀ ਤਾਂ ਉਹਦੀ ਖੁਸ਼ਾਮਦ ਹੀ ਹੈ ਨਾ, ਵੀ ਰੱਬ ਤਾਂ ਖੁਸ਼ ਹੁੰਦਾ ਜੇ ਉਹਨੂੰ ਯਾਦ ਕਰੀਏ। ਤੇ ਨਹੀਂ ਗੁਰਮੁਖੋ, ਰੱਬ ਦੀ ਖੁਸ਼ਾਮਦ ਨਹੀਂ ਹੈ, ਅਸੀਂ ਪਰਮਾਤਮਾ ਦੀ ਹੀ ਇੱਕ ਅੰਸ਼ ਹਾਂ। ਵਾਹਿਗੁਰੂ ਪਰਮੇਸ਼ਰ ਦੇ ਅਸੀਂ ਅੰਸ਼ ਹਾਂ ਸਾਰੇ ਹੀ। ਇਉਂ ਕਹਿ ਲਓ ਇੱਕ ਵੱਡਾ ਸਮੁੰਦਰ ਸਾਗਰ ਹੈ, ਉਹਦੇ ਵਿੱਚੋਂ ਅਸੀਂ ਬੂੰਦ ਰੂਪ ਦੇ ਵਿੱਚ ਪਾਸੇ ਹੋਏ ਹਾਂ, ਤੇ ਬੂੰਦ ਨੇ ਸਾਗਰ ਨਾਲ ਜਾ ਕੇ ਮਿਲਣਾ ਹੈ। ਤੇ ਦੋਨਾਂ ਨੂੰ ਜਦੋਂ ਤੁਸੀਂ ਚੈੱਕ ਕਰੋਗੇ ਲੈਬੋਰਟਰੀ ਵਿੱਚ ਜਾ ਕੇ, ਜੇ ਸਮੁੰਦਰ ਨੂੰ ਤੇ ਸਮੁੰਦਰ ਦੀ ਬੂੰਦ ਨੂੰ ਮੰਨ ਲਓ ਚੈੱਕ ਕਰਵਾਉਂਦੇ ਹੋ, ਤੇ ਹਾਈਡਰੋਜਨ ਤੇ ਆਕਸੀਜਨ ਉਹ ਬੂੰਦ ਵਾਲੀ ਵੀ ਉਹੀ ਹੈ ਤੇ ਸਾਗਰ ਵਾਲੀ ਵੀ ਉਹੀ ਰਹਿਣੀ ਹੈ। ਫਰਕ ਥੋੜਾ ਕੋਈ ਪੈ ਜਾਣਾ ਉਹਦੇ ਵਿੱਚ। ਉਹ ਬੂੰਦ ਉਹ ਸਾਗਰ ਦਾ ਹੀ ਇੱਕ ਹਿੱਸਾ ਹੈ। ਇਸੇ ਤਰ੍ਹਾਂ ਅਸੀਂ ਪਰਮਾਤਮਾ ਦਾ ਹੀ ਹਿੱਸਾ ਹਾਂ, ਉਸੇ ਦੀ ਅੰਸ਼ ਹਾਂ। ਜਿਹਨੂੰ ਕਬੀਰ ਸਾਹਿਬ ਨੇ ਕਿਹਾ, ਕਹੋ ਕਬੀਰ ਇਹ ਰਾਮ ਕੀ ਅੰਸ਼ ਹੈ। ਅਸੀਂ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਅੰਸ਼ ਹੋਣ ਕਰਕੇ ਤੇ ਉਹਦੇ ਨਾਲ ਮਿਲਾਪ ਦਾ ਸਾਧਨ ਕੇਵਲ ਇਹੀ ਹੈ ਕਿ ਉਸ ਨੂੰ ਯਾਦ ਕੀਤਾ ਜਾਏ, ਚੇਤਾ ਕੀਤਾ ਜਾਏ। ਵੈਸੇ ਮੈਂ ਜੇ ਬੇਨਤੀ ਕਰਾਂ ਤੇ ਸਿਮਰਨ ਹਰ ਬੰਦਾ ਕਰ ਰਿਹਾ ਹੈ। ਕੋਈ ਜੀਵ ਇਹੋ ਜਿਹਾ ਨਹੀਂ, ਜੀਵ ਪ੍ਰਾਣੀ ਮਰਦ ਔਰਤ ਜਿਹਦੇ ਅੰਦਰ ਪ੍ਰਾਣ ਚੱਲਦੇ ਹੋਣ ਤੇ ਸਿਮਰਨ ਨਾ ਚੱਲਦਾ ਹੋਵੇ। ਹਰੇਕ ਦੇ ਅੰਦਰ ਚੱਲ ਰਿਹਾ ਸਿਮਰਨ, ਪਰ ਸਿਮਰਨ ਚੱਲ ਕਿਹਦਾ ਰਿਹਾ ਹੈ ਇਹ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਕਿਉਂਕਿ ਸਿਮਰਨ ਦਾ ਅਰਥ ਯਾਦ ਹੀ ਹੈ ਨਾ, ਚਿੰਤਨ ਕਰਨਾ। ਤੇ ਹੁਣ ਹਰੇਕ ਬੰਦੇ ਅੰਦਰ ਚਿੰਤਨ ਤਾਂ ਚੱਲ ਰਿਹਾ ਹੈ, ਯਾਦ ਤਾਂ ਚੱਲ ਰਹੀ ਹੈ। ਤੁਸੀਂ ਦੇਖੋ ਦਿਨ ਰਾਤ ਬਿਜ਼ਨਸ ਦਾ ਚਿੰਤਨ ਨਹੀਂ ਹੋ ਰਿਹਾ, ਉਹਦਾ ਸਿਮਰਨ ਨਹੀਂ ਹੋ ਰਿਹਾ। ਦਿਨ ਰਾਤ ਮਾਇਆ ਦਾ ਸਿਮਰਨ ਨਹੀਂ ਹੋ ਰਿਹਾ। ਦਿਨ ਰਾਤ ਧੀਆਂ ਪੁੱਤਰਾਂ ਦੇ ਪਾਲਣ ਪੋਸ਼ਣ ਦਾ ਸਿਮਰਨ ਨਹੀਂ ਹੋ ਰਿਹਾ। ਦਿਨ ਰਾਤ ਜੋ ਅਸੀਂ ਕਰ ਰਹੇ ਕੰਮਕਾਰ ਸਾਰਿਆਂ ਦਾ ਸਿਮਰਨ ਚੱਲ ਰਿਹਾ ਅੰਦਰ। ਮਹਾਰਾਜ ਕਹਿੰਦੇ ਨੇ ਚਿੰਤਨ ਤਾਂ ਹੋ ਰਿਹਾ ਹੈ, ਸਿਮਰਨ ਤਾਂ ਚੱਲ ਰਿਹਾ ਹਰੇਕ ਜੀਵ ਦੇ ਅੰਦਰ, ਪਰ ਫਰਕ ਸਿਰਫ ਇੰਨਾ ਕਿਸੇ ਵਿਰਲੇ ਦੇ ਅੰਦਰ ਨਿਰੰਕਾਰ ਦਾ ਸਿਮਰਨ ਚੱਲਦਾ ਹੈ, ਨਹੀਂ ਤੇ ਮੈਂ ਵੀ ਉਹਦੇ ਵਿੱਚ ਆ। ਸਾਡੇ ਸਾਰਿਆਂ ਅੰਦਰ ਸੰਸਾਰ ਦਾ ਸਿਮਰਨ ਚੱਲ ਰਿਹਾ। ਅਸੀਂ ਸੰਸਾਰ ਦਾ ਸਿਮਰਨ ਕਰ ਰਹੇ ਹਾਂ, ਨਿਰੰਕਾਰ ਦਾ ਨਹੀਂ ਕਰ ਰਹੇ। ਇੱਥੇ ਮਹਾਰਾਜ ਕਹਿੰਦੇ ਨੇ ਵੀ ਕਿਉਂ ਕਰਨਾ ਹੈ। ਮੈਂ ਇਹਦੇ ਤੇ ਸਿਰਫ ਬੋਲਣ ਲੱਗਿਆ ਕਾਹਦੇ ਵਾਸਤੇ ਕਰਨਾ, ਕਿ ਅਸੀਂ ਵਿਛੜੇ ਹਾਂ ਪਰਮਾਤਮਾ ਦੇ ਨਾਲੋਂ ਦੂਰ ਚਲੇ ਗਏ ਹਾਂ। ਸਤਿਗੁਰੂ ਜੀ ਨੇ ਬੜੀ ਪਿਆਰੀ ਉਦਾਹਰਨ ਦਿੱਤੀ ਹੈ ਬਾਣੀ ਵਿੱਚ। ਮਹਾਰਾਜ ਕਹਿੰਦੇ ਨੇ ਕਿ ਕੋਇਲ ਦਾ ਰੰਗ ਵੇਖਦੇ ਨੇ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਨਾ ਤੇ ਬੜੇ ਸ਼ਬਦ ਮਿਲਣਗੇ ਜਿਹੜੇ ਪਸ਼ੂ ਪੰਛੀਆਂ ਨਾਲ ਸੰਬੰਧਿਤ ਹੋਣਗੇ, ਪਰ ਗੱਲ ਮਨੁੱਖ ਦੀ ਉਹਦੇ ਵਿੱਚ ਕੀਤੀ ਹੋਈ ਹੋਵੇਗੀ। ਬਾਬਾ ਫਰੀਦ ਸਾਹਿਬ ਜੀ ਕੋਇਲ ਵੱਲੇ ਵੇਖ ਕੇ ਕਹਿੰਦੇ ਨੇ ਵੀ ਮੈਂ ਹੈਰਾਨ ਹਾਂ, ਤੇਰੀ ਆਵਾਜ਼ ਇੰਨੀ ਸੁੰਦਰ ਹੈ। ਜਦੋਂ ਕਿਸੇ ਦੀ ਬਹੁਤ ਸੁੰਦਰ ਆਵਾਜ਼ ਹੋਵੇ ਆਪਾਂ ਕਹਿੰਦੇ ਕੋਇਲ ਵਰਗੀ ਆਵਾਜ਼ ਹੈ, ਇਹਦਾ ਮਤਲਬ ਉਹਨੂੰ ਗੁਣ ਦਿੱਤਾ ਨਾ ਇੱਕ ਆਵਾਜ਼ ਦਾ। ਬਾਬਾ ਫਰੀਦ ਸਾਹਿਬ ਕਹਿੰਦੇ ਇੰਨੀ ਸੋਹਣੀ ਆਵਾਜ਼ ਵਾਲੀਏ, ਮੈਨੂੰ ਇਹ ਦੱਸ ਵੀ ਤੇਰਾ ਰੰਗ ਕਿਉਂ ਕਾਲਾ ਹੈ। ਹੁਣ ਜੇ ਕੋਈ ਬੰਦਾ ਤਰਕਵਾਦੀ ਹੋਵੇ ਤੇ ਉੱਠ ਕੇ ਸਵਾਲ ਕਰਦੇ ਵੀ ਬਾਬੇ ਫਰੀਦ ਨੂੰ ਕੋਇਲ ਦੀ ਕਾਲਾ ਰੰਗ ਦਿਸਿਆ, ਕਾਂ ਨੂੰ ਕਿਉਂ ਨਹੀਂ ਕਹਿ ਦਿੱਤਾ ਉਹਨੇ ਵੀ ਕਾਂ ਦਾ ਤੇ ਰੰਗ ਕਾਲਾ ਹੀ ਹੁੰਦਾ। ਤਾਂ ਜੇ ਤਰਕੀ ਕਰਨ ਤੇ ਬੰਦਾ ਆ ਜਾਏ ਤੇ ਫਿਰ ਕਈ ਹੋ ਸਕਦੇ ਆ ਵੀ ਨਾਲੇ ਕੋਇਲ ਨੇ ਕਿਹੜਾ ਬੋਲ ਕੇ ਕਹਿਣਾ ਸੀ ਵੀ ਮੇਰਾ ਰੰਗ ਇਸ ਕਰਕੇ ਕਾਲਾ ਹੋਇਆ। ਗੁਰਮੁਖੋ ਯਾਦ ਰੱਖਿਓ ਜੇ, ਜਿਹੜੇ ਪਰਮਾਤਮਾ ਨਾਲ ਇੱਕਮਿਕ ਹੋਏ ਹੁੰਦੇ ਆ ਉਹ ਜੀਵਾਂ ਦੇ ਅੰਦਰ ਦੀ ਸਾਰੀ ਗੱਲ ਨੂੰ ਸਮਝ ਜਾਂਦੇ ਆ ਤੇ ਅੰਦਰ ਦੀ ਗੱਲ ਸਮਝ ਕੇ ਉਹਦੀ ਵਿਆਖਿਆ ਆਪਣੇ ਢੰਗ ਨਾਲ ਕਰ ਜਾਂਦੇ। ਭਾਈ ਵੀਰ ਸਿੰਘ ਵਰਗੇ ਲਿਖਾਰੀ ਉਹ ਪਾਣੀਆਂ ਨਾਲ ਗੱਲਾਂ ਕਰ ਜਾਂਦੇ ਨੇ, ਪਾਣੀ ਦੇ ਨਾਲ ਗੱਲ ਕਰ ਜਾਂਦੇ ਨੇ ਵੀ ਵਹਿੰਦਾ ਵਗਦਾ ਪਾਣੀ ਤਾਂ ਕਿ ਦਿਲ ਵੇਰਾ ਵਹਿ ਤੁਰਿਆ, ਸ਼ੀਤਲ ਸਵਸ ਤੇ ਠੰਡਾ ਦਿਲ ਅੰਦਰ ਮੇਰਾ ਖੁਰਿਆ। ਕਹਿੰਦੇ ਠੇਡੇ ਠੂਡੇ ਖਾ ਕੇ ਜਦ ਪਿਛਾਂ ਘਰ ਨੂੰ ਮੁੜਿਆ, ਪਿੱਛੇ ਮੁੜਦਾ ਪਾਣੀ ਤਾਂ ਕਿ ਮਾਰੀ ਇੱਕ ਕਲਕਾਰੀ, ਦੁੱਖਾਂ ਬਾਝ ਨਾ ਮੰਜ਼ਿਲ ਮਿਲਦੀ, ਠੋਕਰਾਂ ਬਾਅਦ ਨਾ ਮੰਜ਼ਿਲ ਮਿਲਦੀ, ਦੁੱਖਾਂ ਬਾਝ ਨਾ ਯਾਰੀ। ਹੁਣ ਹੈ ਪਾਣੀ ਨੇ ਥੋੜਾ ਬੋਲ ਕੇ ਦੱਸਿਆ, ਸਿਰਫ ਉਹਦੀ ਵਿਆਖਿਆ ਕਰਕੇ ਵੀ ਪਾਣੀ ਕਹਿੰਦਾ ਜਦ ਤੱਕ ਮੈਂ ਆਪਣੇ ਆਪੇ ਦੇ ਨਾਲ ਨਹੀਂ ਜਾ ਕੇ ਮਿਲ ਜਾਂਦਾ, ਉਨੀ ਦੇਰ ਭਾਵੇਂ ਲੱਖਾਂ ਮੇਰੇ ਅੱਗੇ ਪੱਥਰ ਆ ਜਾਣ, ਮੈਂ ਸਾਰਿਆਂ ਨੂੰ ਚੀਰ ਕੇ ਸਮੁੰਦਰ ਤੱਕ ਪਹੁੰਚਣਾ ਹੈ। ਮੈਂ ਬੇਨਤੀ ਕਰ ਰਿਹਾ ਸੀ, ਬਾਬਾ ਫਰੀਦ ਸਾਹਿਬ ਨੇ ਕੋਇਲ ਨੂੰ ਵੇਖਦੇ ਨੇ ਤੇ ਕਹਿੰਦੇ ਕੋਇਲ ਤੂੰ ਇੰਨੀ ਸੋਹਣੀ ਤੇ ਇੰਨੀ ਤੇਰੀ ਆਵਾਜ਼ ਪਿਆਰੀ ਹੈ, ਮੈਨੂੰ ਦੱਸ ਵੀ ਤੇਰਾ ਰੰਗ ਕਿਉਂ ਕਾਲਾ ਹੈ। ਇਹ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਆਪਣੇ ਉਸ ਕਾਲਖ ਦਾ ਕਾਰਨ ਦੱਸਦੀ ਹੈ ਕੀ ਹੈ। ਕਾਲੀ ਕੋਇਲ
ਤੂੰ ਕਿਤ ਗੁਣ ਕਾਲੀ, ਕਿਉਂ ਕਾਲੀ ਹੈ ਤੂੰ। ਤੇ ਬਾਬਾ ਫਰੀਦ ਸਾਹਿਬ ਫਿਰ ਆਪਣੇ ਢੰਗ ਨਾਲ ਉਹਦੀ ਵਿਆਖਿਆ ਆਪ ਕਰ ਰਹੇ ਨੇ। ਕਹਿੰਦੇ ਆਪਣੇ ਪ੍ਰੀਤਮ ਕਹਿ ਬਿਰਹ ਹੈ ਜਾਲੀ, ਇਹ ਵਿਛੋੜੇ ਵਿੱਚ ਮੈਂ ਕਾਲੀ ਹੋ ਚੁੱਕੀ ਹਾਂ। ਇਹਦਾ ਮਤਲਬ ਇਹ ਨਹੀਂ ਕਿ ਕੋਲ ਜਿਹੜੀ ਸੀ ਪਹਿਲਾਂ ਚਿੱਟੀ ਸੀ ਬਾਅਦ ਚ ਕਾਲੀ ਹੋ ਗਈ, ਨਹੀਂ। ਮੈਂ ਬੇਨਤੀ ਕੀਤੀ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇਖੋਗੇ ਉਹਦੇ ਚ ਪਸ਼ੂ ਪੰਛੀਆਂ ਦੀਆਂ ਉਦਾਹਰਨਾਂ ਲੈ ਕੇ ਮਨੁੱਖ ਨੂੰ ਸਮਝਾਇਆ ਗਿਆ ਹੈ, ਜੀਵ ਦੇ ਨਾਲ ਗੱਲ ਕੀਤੀ ਗਈ ਹੈ। ਭੌਰੇ ਦੀਆਂ ਕਿੰਨੀਆਂ ਉਦਾਹਰਨਾਂ ਨੇ, ਮੱਛੀ ਦੀਆਂ ਕਿੰਨੀਆਂ ਉਦਾਹਰਨਾਂ ਨੇ, ਬਹੁਤ ਸ਼ਬਦ ਆਉਂਦੇ ਆ। ਮੈਂ ਬੇਨਤੀ ਜਿਹੜੀ ਕਰਨ ਲੱਗਿਆ ਕਿ ਕਾਲਖ ਜਿਹੜੀ ਹੈ ਇਹ ਵਿਛੋੜੇ ਦੀ ਪੈ ਗਈ। ਆਪਾਂ ਗੱਲ ਕਰ ਰਹੇ ਹਾਂ ਵੀ ਸਿਮਰਨ ਕਿਉਂ, ਕਾਹਦੇ ਵਾਸਤੇ। ਫਿਰ ਜਿੰਨਾ ਕੀਤਾ ਆਪਾਂ ਜ਼ਿਕਰ ਕਰਾਂਗੇ ਉਹ ਮੁਕਤ ਕਿਵੇਂ ਹੋ ਗਏ ਤੇ ਇੱਕ ਮਿੱਕ ਰੱਬ ਨਾਲ ਕਿਵੇਂ ਹੋ ਜਾਂਦੇ ਆ, ਇਹਦੀ ਵਿਆਖਿਆ ਆਪਾਂ ਬਾਅਦ ਚ ਕਰਦੇ। ਪਹਿਲਾਂ ਸਿਰਫ ਇਸ ਗੱਲ ਉੱਤੇ ਮੈਂ ਬੋਲ ਰਿਹਾ ਵੀ ਕਿਉਂ ਹੈ ਅਸੀਂ ਵਿਛੜੇ ਹੋਏ ਹਾਂ ਪਰਮਾਤਮਾ ਤੋਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਇੱਕ ਪਿਆਰਾ ਬਚਨ ਕਿਹਾ। ਉਹ ਕਹਿੰਦੇ ਨੇ ਵੀ ਇੱਕ ਬੰਦੇ ਦੇ ਮਨੁੱਖ ਦੇ ਹੱਥ ਵਿੱਚ ਇੱਕ ਕੋਲਾ ਆ ਗਿਆ। ਉਹ ਕੋਲਾ ਸੀ ਲਾਲ ਮਗਦਾ ਹੋਇਆ ਕੋਲਾ, ਤੇ ਜਦੋਂ ਉਸ ਕੋਲੇ ਨੂੰ ਅੱਗ ਵਿੱਚੋਂ ਬਾਹਰ ਕੱਢ ਲਿਆ ਗਿਆ ਤੇ ਥੋੜੇ ਕੁ ਮਿੰਟਾਂ ਬਾਅਦ ਉਹ ਕਾਲਾ ਹੋ ਗਿਆ। ਜਿਹੜਾ ਸਾਹਮਣੇ ਲਾਲ ਭਾਵ ਮਾਰਦਾ ਸੀ ਉਹ ਚੰਦ ਮਿੰਟਾਂ ਦੇ ਵਿੱਚ ਹੀ ਕਾਲਾ ਹੋ ਗਿਆ। ਭਾਈ ਵੀਰ ਸਿੰਘ ਕਹਿੰਦੇ ਨੇ ਫਿਰ ਇੱਕ ਬੰਦੇ ਨੇ ਉਸ ਕੋਲੇ ਨੂੰ ਚੁੱਕਿਆ। ਉਸ ਬੰਦੇ ਨੇ ਕੋਲਾ ਚੁੱਕ ਕੇ ਤੇ ਦੁੱਧ ਵਿੱਚ ਸੁੱਟ ਦਿੱਤਾ ਜਾ ਕੇ। ਕਿੰਨਾ ਸਮਾਂ ਉਹ ਦੁੱਧ ਵਿੱਚ ਪਿਆ ਰਿਹਾ, ਉਹਦਾ ਰੰਗ ਨਹੀਂ ਚੇਂਜ ਹੋਇਆ। ਫਿਰ ਉਸ ਨੂੰ ਉਹਨੇ ਦਹੀਂ ਦੇ ਵਿੱਚ ਪਾ ਦਿੱਤਾ ਵੀ ਚਲੋ ਦਹੀਂ ਸੰਘਣਾ ਹੁੰਦਾ ਹੈ, ਇਹਦੇ ਕਰਕੇ ਸ਼ਾਇਦ ਕਾਲਖ ਮਿਟ ਜਾਏਗੀ। ਉਹ ਜਦੋਂ ਦਹੀਂ ਦੇ ਵਿੱਚੋਂ ਬਾਹਰ ਕੱਢਿਆ ਤੇ ਫਿਰ ਰੰਗ ਉਸੇ ਦਾ ਉਸਾ ਹੀ ਹੈ। ਫਿਰ ਉਹ ਲੈ ਗਿਆ ਸਾਬਣ, ਜਿੱਥੇ ਪਿਆ ਸੀ ਸਾਬਣ ਲਿਜਾ ਕੇ ਉਹਨੇ ਸਾਰੀ ਦੀ ਸਾਰੀ ਸਾਬਣ ਵਾਲੀ ਚਾਕੀ ਉਸ ਕੋਲੇ ਉੱਤੇ ਲਾ ਦਿੱਤੀ। ਜਦੋਂ ਸਾਬਣ ਦੀ ਚਾਕੀ ਸਾਰੀ ਖਤਮ ਹੋ ਗਈ ਤੇ ਕੋਲਾ ਫਿਰ ਕਾਲੇ ਦਾ ਕਾਲਾ ਹੀ ਹੈ। ਭਾਈ ਵੀਰ ਸਿੰਘ ਕਹਿੰਦੇ ਨੇ ਫਿਰ ਉਹ ਬੰਦਾ ਲਿਲਾਰੀ ਕੋਲੇ ਲੈ ਗਿਆ। ਉਹਨੂੰ ਕਹਿੰਦਾ ਮੈਂ ਤਾਂ ਰੰਗ ਚੇਂਜ ਕਰਨਾ ਚਾਹੁੰਦਾ, ਇਹਨੂੰ ਮੈਂ ਦੁੱਧ ਵਿੱਚ ਵੀ ਪਾ ਕੇ ਵੇਖਿਆ ਹੈ, ਇਹਨੂੰ ਮੈਂ ਦਹੀਂ ਵਿੱਚ ਵੀ ਪਾ ਕੇ ਵੇਖਿਆ ਹੈ, ਇਹਨੂੰ ਮੈਂ ਸਾਬਣ ਵੀ ਲਾ ਲਾ ਕੇ ਵੇਖ ਲਿਆ ਹੈ, ਪਰ ਆਪਣਾ ਰੰਗ ਨਹੀਂ ਬਦਲਦਾ, ਤੂੰ ਇਹਦੇ ਤੇ ਰੰਗ ਚੜਾ ਦੇ। ਕਹਿੰਦੇ ਲਲਾਰੀ ਨੇ ਪੱਕਾ ਰੰਗ ਜਿਹੜਾ ਸੀ ਰਿੰਨਿਆ ਤੇ ਪੱਕੇ ਰੰਗ ਦੇ ਵਿੱਚ ਕੋਲਾ ਪਾ ਦਿੱਤਾ। ਜਦੋਂ ਕਿੰਨਾ ਸਮਾਂ ਕੋਲਾ ਰਹਿਣ ਤੋਂ ਬਾਅਦ ਪਾਣੀ 'ਚ ਉਸ ਲਲਾਰੀ ਨੇ ਬਾਹਰ ਕੱਢਿਆ ਰੰਗ ਵਿੱਚੋਂ ਤੇ ਫਿਰ ਉਵੇਂ ਦਾ ਉਵੇਂ ਨਿਕਲ ਆਇਆ। ਹੁਣ ਹੈ ਤਾਂ ਇਹ ਵੀ ਗੱਲ ਮਨੁੱਖ ਨੂੰ ਸਮਝਾਉਣ ਦੀ ਹੈ ਨਾ। ਮੈਂ ਜ਼ਿਕਰ ਕਰ ਰਿਹਾ ਵੀ ਕਮੀਆਂ ਦੀਆਂ ਉਡਾਰੀਆਂ ਬੜੀਆਂ ਉੱਚੀਆਂ ਹੁੰਦੀਆਂ ਨੇ। ਭਾਈ ਵੀਰ ਸਿੰਘ ਕਹਿੰਦੇ ਨੇ ਕਿ ਉਸ ਬੰਦੇ ਨੂੰ ਫਿਰ ਕੋਈ ਸਿਆਣਾ ਮਿਲ ਪਿਆ। ਉਹਨੇ ਕਿਹਾ ਵੀ ਕੀ ਕਰ ਰਿਹਾ ਤੂੰ ਇਸ ਕੋਲੇ ਨਾਲ। ਉਹਨੇ ਕਿਹਾ ਜੀ ਰੰਗ ਚੇਂਜ ਕਰਨਾ ਚਾਹੁੰਦਾ। ਪਰ ਉਹਨੇ ਕਿਹਾ ਪਹਿਲਾਂ ਕੋਲੇ ਨੂੰ ਪੁੱਛ ਤਾਂ ਲੈ ਵੀ ਤੂੰ ਵਿਛੜ, ਤੇਰੇ ਤੇ ਕਾਲਖ ਕਾਦੀ ਹੈ। ਜਦੋਂ ਕਾਲਖ ਦਾ ਪਤਾ ਲੱਗ ਜਾਏਗਾ ਤੇ ਫਿਰ ਉਸ ਦਾ ਰੰਗ ਵੀ ਚੇਂਜ ਹੋ ਸਕਦਾ ਹੈ। ਪਹਿਲਾਂ ਇਸ ਨੂੰ ਪੁੱਛ ਵੀ ਕਾਲਖ ਕਿਹੜੀ ਚੀਜ਼ ਦੀ ਹੈ ਤੈਨੂੰ, ਕੋਲੇ ਨੂੰ। ਉਹ ਕਹਿੰਦਾ ਮੈਂ ਕੋਲੇ ਨੂੰ ਕਿਵੇਂ ਪੁੱਛਾਂ। ਕਹਿੰਦੇ ਪੁੱਛ, ਤੈਨੂੰ ਜਵਾਬ ਦੇਗਾ। ਫਿਰ ਭਾਈ ਵੀਰ ਸਿੰਘ ਨੇ ਉੱਥੇ ਬੋਲ ਲਿਖੇ ਨੇ ਬੜੇ ਪਿਆਰੇ। ਉਹ ਕਹਿੰਦੇ ਨੇ ਕਿ ਕੋਲੇ ਦੀ ਗੱਲ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਪੀਚ ਧਰਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ ਬਿਨ ਮਿਲਿਆ ਨਾ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਉਹ ਤੂੰ ਬੰਦਿਆ ਇੰਨੇ ਯਤਨ ਕਰੀ ਜਾਂਦਾ। ਉਹ ਕਹਿੰਦੇ ਨੇ ਚੁੱਕ ਕੇ ਜਾ ਕੇ ਅੱਗ 'ਚ ਸੁੱਟ ਦੇ, ਕੰਮ ਤੇ ਸਿਰਫ ਇੰਨਾ ਹੀ ਹੈ ਨਾ। ਸਾਬਣ ਲਾਉਣ ਦੀ ਲੋੜ ਨਹੀਂ, ਦਹੀਂ 'ਚ ਪਾਉਣ ਦੀ ਲੋੜ ਨਹੀਂ, ਲਲਾਰੀ ਕੋਲੇ ਖੜਨ ਦੀ ਲੋੜ ਨਹੀਂ। ਤੂੰ ਇਹਨੂੰ ਚੁੱਕ ਕੋਲੇ ਨੂੰ ਤੇ ਜਾ ਕੇ ਅੱਗ ਵਿੱਚ ਸੁੱਟ ਦੇ, ਨੇ ਆਪਣੇ ਆਪ ਹੀ ਰੰਗ ਫੜ ਲੈਣਾ ਹੈ। ਹੁਣ ਗੱਲ ਕੋਲੇ ਦੀ ਨਹੀਂ, ਗੱਲ ਸਾਡੀ ਹੈ। ਅਸੀਂ ਵਿਛੋੜੇ ਕਰਕੇ ਕਾਲਖ ਮਨ ਹੋਇਆ ਪਿਆ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਤੇ ਕਿੰਨੀ ਕੁ ਲੱਗੀ ਹੋਈ ਕਾਲਾ ਹੁਆ ਸ਼ਾ। ਇਹ ਗੁਰੂ ਅਮਰਦਾਸ ਦੇ ਬਚਨ ਨੇ। ਮਹਾਰਾਜ ਕਹਿੰਦੇ ਕਾਲਾ ਸ਼ਾਹ ਹੋਇਆ ਪਿਆ ਹੈ ਤੇ ਮਹਾਰਾਜ ਇੱਕ ਦੋ ਦਿਨਾਂ 'ਚ ਧੁੱਪ ਸਕਦਾ ਹੈ। ਮਹਾਰਾਜ ਕਹਿੰਦੇ ਨੇ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾਓ। ਖੰਨਲੀ ਪਤਾ ਕਿਹਨੂੰ ਕਹਿੰਦੇ ਆ? ਤੁਸੀਂ ਦੇਖਿਆ ਹੋਏਗਾ ਜਦੋਂ ਕੋਈ ਕੋਲੂ ਦੇ ਵਾਲੇ ਵੀਰ ਕੋਲੇ ਜਾਵੇ ਤੇਲ ਕਢਾਉਣ ਵਾਸਤੇ ਤੇ ਕੋਲੂ ਦੀ ਜਦੋਂ ਜਿਹੜੇ ਕੱਪੜੇ ਨਾਲ ਸਫਾਈ ਕਰਦਾ ਉਹਨੂੰ ਖੰਨਲੀ ਸ਼ਬਦ ਵਰਤੇ ਆ। ਜਦੋਂ ਉਸ ਕੱਪੜੇ ਦੇ ਨਾਲ ਕੋਲੂ ਦੀ ਸਫਾਈ ਕਰਦਾ ਤੇ ਸ਼ਾਮ ਨੂੰ ਮਹਾਰਾਜ ਕਹਿੰਦੇ ਸ਼ਾਮ ਨੂੰ ਉਸ ਕੱਪੜੇ ਨੂੰ 100 ਵਾਰਾਂ ਪਾਣੀ ਵਿੱਚੋਂ ਕੱਢ ਦੇਵੇ, ਉਹ ਕੱਪੜਾ ਸਾਫ਼ ਨਹੀਂ ਹੋ ਸਕਦਾ। ਇਹਦਾ ਮਤਲਬ ਸਾਡੀ ਗੱਲ ਕਰ ਰਹੇ ਨੇ ਵੀ ਇੰਨਾ ਜਿਵੇਂ ਉਹ ਕੱਪੜਾ ਮੈਲਾ ਇਸ ਤਰ੍ਹਾਂ ਸਾਡਾ ਮਨ ਮੈਲਾ ਹੋਇਆ। ਇਹਦੀ ਸਫਾਈ ਵਾਸਤੇ ਮਹਾਰਾਜ ਕਹਿ ਰਹੇ ਨੇ। ਅਸੀਂ ਰੋਜ਼ ਤਾਂ ਪੜ੍ਹਦੇ ਹਾਂ ਗੁਰਮੁਖੋ, ਭਰੀਐ ਮਤ ਪਾਪਾਂ ਕਹਿ ਸੰਗ ਉਹ ਧੁੱਪ ਹੈ। ਕਾਹਦੇ ਨਾਲ ਮਹਾਰਾਜ ਨੇ ਕਿਹਾ? ਕਿਉਂਕਿ ਜਿਹੜੇ ਆਪਾਂ ਸਵਾਲ ਕਰਦੇ ਵੀ ਕਿਉਂ ਜਪਣਾ ਹੈ, ਮਹਾਰਾਜ ਕਹਿੰਦੇ ਉਹ ਧੁੱਪ ਹੈ ਨਾਮੈ ਕਹਿ ਰੰਗ। ਉਹ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਹੀ ਧੁੱਪ ਸਕਦਾ ਹੈ। ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਵੀ ਜੁਗਤ ਕਿਹੜੀ ਹੋਣੀ ਚਾਹੀਦੀ ਹੈ ਜੀ, ਢੰਗ ਕੀ ਹੋਣਾ ਚਾਹੀਦਾ, ਤਰੀਕਾ ਕੀ ਹੋਣਾ ਚਾਹੀਦਾ। ਇੱਥੇ ਮੈਂ ਮਸਕੀਨ ਸਾਹਿਬ ਦਾ ਸ਼ਬਦ ਕਹਿਣ ਲੱਗੇ ਹਾਂ। ਮਸਕੀਨ ਸਾਹਿਬ ਕਹਿੰਦੇ ਆ ਜੇ ਬੰਦਾ ਢੰਗ ਤਰੀਕੀਏ ਤੇ ਜੁਗਤੀਆਂ ਸਮਝਦਾ ਹੈ, ਇਉਂ ਸਮਝ ਲਓ ਉਸ ਬੰਦੇ ਨੂੰ ਅਜੇ ਭੁੱਖ ਨਹੀਂ ਲੱਗੀ। ਇਹ ਮਸਕੀਨ ਸਾਹਿਬ ਦੇ ਬੋਲ ਨੇ।
ਜਿਹੜਾ ਬੰਦਾ ਢੰਗ ਤਰੀਕੇ ਜੁਗਤੀਆਂ ਸਮਝਦਾ ਹੈ ਨਾ, ਉਹਨੂੰ ਅਜੇ ਭੁੱਖ ਨਹੀਂ ਲੱਗੀ। ਜਿਸ ਬੰਦੇ ਨੂੰ ਭੁੱਖ ਲੱਗੀ ਹੋਵੇ ਉਹਦੇ ਅੱਗੇ ਰੋਟੀ ਦਾ ਥਾਲ ਰੱਖੋ, ਉਹ ਸਵਾਲ ਕਰੇਗਾ ਵੀ ਖਾਣੀ ਕਿੱਦਾਂ। ਜਿਸ ਬੰਦੇ ਨੂੰ ਪਿਆਸ ਲੱਗੀ ਹੋਵੇ ਪਾਣੀ ਦਾ ਗਲਾਸ ਰੱਖੋ, ਉਹ ਸਵਾਲ ਕਰੇਗਾ ਪਾਣੀ ਪੀਣਾ ਕਿਵੇਂ ਹੈ। ਮਸਕੀਨ ਜੀ ਕਹਿੰਦੇ ਜਿਸ ਬੰਦੇ ਨੂੰ ਨਾਮ ਸਿਮਰਨ ਦੀ ਭੁੱਖ ਲੱਗ ਜਾਏਗੀ ਉਹ ਬੰਦਾ ਸਵਾਲ ਨਹੀਂ ਕਰਦਾ ਵੀ ਢੰਗ ਤਰੀਕਾ ਤੇ ਜੁਗਤੀ ਦੱਸੋ। ਮੈਂ ਬੇਨਤੀ ਕਰ ਲੱਗਾ, ਕਹਾਣੀ ਕਹਿਣ ਲੱਗਿਆ ਬੜੀ ਸਿੱਖਿਆਦਾਇਕ ਹੈ ਤੇ ਬੜੀ ਗੱਲ ਸਮਝ 'ਚ ਆ ਜਾਏਗੀ। ਮੈਂ ਕਹਾਣੀ ਇੱਕ ਪੜ੍ਹੀ ਸੀ ਇਸ ਸੰਬੰਧ ਵਿੱਚ। ਇੱਕ ਮਾਈ ਦਾ 18 ਕੁ ਸਾਲ ਦਾ ਇੱਕ ਨੌਜਵਾਨ ਗੱਭਰੂ ਪੁੱਤਰ, ਕੱਲਾ ਪੁੱਤ ਸੀ ਤੇ ਉਹ ਚਲਿਆ ਗਿਆ ਘਰੋਂ। 18 ਸਿਰਫ ਕਹਾਣੀ ਸਮਝਣ ਵਾਸਤੇ ਹੈ। ਬਾਅਦ 'ਚ ਮੈਨੂੰ ਕੋਈ ਇਹ ਨਾ ਪੁੱਛਣ ਲੱਗ ਪਏ ਉੱਠ ਕੇ ਵੀ ਉਹ ਕਿਹੜੇ ਪਿੰਡ ਦੀ ਮਾਈ ਸੀ ਤੇ ਉਹਦਾ ਪੁੱਤ ਕਿੱਥੇ। ਕਹਾਣੀ ਸਿਰਫ ਸਮਝਾਉਣ ਵਾਸਤੇ ਹੁੰਦੀ ਹੈ, ਸਰਲ ਤਰੀਕੇ ਨਾਲ ਗੱਲ ਸਮਝ ਪੈ ਜਾਂਦੀ। ਜਦੋਂ ਵਿਦਵਾਨ, ਮੈਂ ਅੱਗੇ ਕਈ ਵਾਰ ਕਿਹਾ, ਜਦੋਂ ਵਿਦਵਾਨ ਕਹਾਣੀਆਂ ਬਣਾਉਂਦੇ ਆ, ਲਿਖਦੇ ਆ, ਉਹ ਬੰਦੇ ਨੂੰ ਸਮਝਾਉਣ ਵਾਸਤੇ ਲਿਖਦੇ ਆ। ਉਹ ਮਤਲਬ ਇਹ ਨਹੀਂ ਹੁੰਦਾ ਵੀ ਇਦਾਂ ਦੀ ਘਟਨਾ ਸੱਚਮੁੱਚ ਕੋਈ ਵਾਪਰੀ ਹੁੰਦੀ, ਉਹ ਬੰਦੇ ਨੂੰ ਸੌਖੀ ਸਮਝ ਪੈ ਜਾਂਦੀ ਹੈ। ਹੁਣ ਉਹ ਲਿਖਦਾ ਕਹਾਣੀਕਾਰ ਕਹਿੰਦਾ ਕਿ 18 ਕੁ ਸਾਲ ਦਾ ਇੱਕ ਮਾਈ ਦਾ ਪੁੱਤ ਘਰੋਂ ਚਲਿਆ ਗਿਆ। ਹੁਣ ਕੱਲਾ ਪੁੱਤ ਸੀ, 18 ਸਾਲ ਦਾ ਗੱਭਰੂ ਪੁੱਤ ਜਿਹਨੂੰ ਪਾਲਿਆ ਪੋਸਿਆ ਜਵਾਨ ਕੀਤਾ, ਬੜੇ ਚੰਗੇ ਗੁਣ ਸਨ ਉਸ ਪੁੱਤ ਦੇ ਅੰਦਰ, ਘਰੋਂ ਚਲਿਆ ਗਿਆ। ਮਾਂ ਨੂੰ ਨੀਂਦ ਕਿੱਥੇ ਆਵੇ, ਨਾ ਦਿਨੇ ਚੈਨ ਨਾ ਰਾਤ ਚੈਨ, ਨਾ ਕੁਝ ਖਾਣ ਨੂੰ ਸੁੱਝੇ ਨਾ ਪੀਣ ਨੂੰ ਸੁੱਝੇ। ਤੇ ਜਦੋਂ ਬੰਦਾ ਦੁਖੀ ਹੋਵੇ ਕੀ ਨਹੀਂ ਕਰਦਾ ਬੰਦਾ। ਉਹਨੇ ਜਗ੍ਹਾ ਤੇ ਜਾਣਾ ਸ਼ੁਰੂ ਕਰ ਦਿੱਤਾ, ਮੜੀਆਂ ਮਸਾਣਾ ਕਬਰਾਂ ਤੇ ਵੀ ਜਾਣਾ ਸ਼ੁਰੂ ਕਰਤਾ, ਬਾਬਿਆਂ ਕੋਲੇ ਵੀ ਜਾਣਾ ਸ਼ੁਰੂ ਕਰਤਾ। ਜਿੱਥੇ ਦੱਸ ਪਈ ਉਹ ਜਾਣਾ ਸ਼ੁਰੂ ਕਰਤਾ ਉਹਨੇ। ਜਿੱਥੇ ਜਾਂਦੀ ਹੈ ਤੇ ਉਹਨੂੰ ਆਪਣੇ ਢੰਗ ਨਾਲ ਕੋਈ ਦੱਸੀ ਜਾ ਰਿਹਾ, ਪਰ ਗੱਲ ਬਣ ਨਹੀਂ ਰਹੀ। ਇੱਕ ਬੰਦਾ ਜਿਹੜਾ ਲਾਲਚੀ ਸੀ, ਉਹਨੇ ਵੇਖਿਆ ਵੀ ਇਸ ਵੇਲੇ ਮਾਈ ਦਾ ਇਸ ਜਿਹੜੀ ਇਹਦੀ ਹਾਲਤ ਹੈ, ਇਹਦੇ ਵਿੱਚੋਂ ਵੀ ਲਾਭ ਲੈ ਸਕਦੇ ਹਾਂ ਆਪਾਂ। ਉਹ ਜਿਹੜਾ ਬੰਦਾ ਲਾਲਚੀ ਬੰਦਾ ਸੀ, ਉਹਨੇ ਲਾਭ ਲੈਣ ਦੇ ਲਈ ਮਾਈ ਦੇ ਘਰੇ ਚਲਿਆ ਗਿਆ। ਉਹ ਕਹਿੰਦਾ, ਮਾਂ ਮੈਨੂੰ ਪਤਾ ਲੱਗਾ ਤੇਰਾ ਪੁੱਤ ਘਰੋਂ ਚਲਿਆ ਗਿਆ ਤੇ 18 ਸਾਲ ਦਾ ਗੱਭਰੂ ਪੁੱਤ ਬੜਾ ਹੋਣਹਾਰ ਤੇ ਗੁਣਾਂ ਨਾਲ ਭਰਪੂਰ ਸੀ। ਮਾਈ ਨੇ ਕਿਹਾ, ਹਾਂ ਉਹਨੂੰ ਲੱਭਣ ਵਾਸਤੇ ਤੇ ਯਤਨ ਕਰਦੀ ਹੈ। ਉਹਨੇ ਕਿਹਾ, ਜਿਨ੍ਹਾਂ ਕੋਲ ਪਹਿਲਾਂ ਜਾਂਦੀ ਰਹੀ ਹੈ ਨਾ, ਉਹ ਜੀ ਤੇਰਾ ਪੁੱਤ ਲੱਭ ਸਕਦੇ, ਕਿਉਂਕਿ ਮੰਤਰ ਹੀ ਨਹੀਂ ਤੈਨੂੰ ਸਹੀ ਦਿੰਦੇ ਰਹੇ। ਮੈਂ ਜਿਹੜਾ ਜਾਪ ਦੇਣ ਲੱਗਿਆ ਉਹ ਜਾਪ ਉਹ ਹੈ ਜਿਹੜਾ ਤੇਰਾ ਪੁੱਤਰ ਲੱਭ ਦੇਗਾ। ਤੇ ਮਾਈ ਬੜੀ ਖੁਸ਼ ਹੋਈ ਵੀ ਚਲੋ ਕੋਈ ਤੇ ਬਾਬਾ ਇਹੋ ਜਿਹਾ ਮਿਲਿਆ ਜਿਹੜਾ ਇਹ ਜਾਪ ਦੇਵੇ ਵੀ ਪੁੱਤਰ ਲੱਭ ਜਾਏ। ਉਹਨੇ ਕਿਹਾ, ਜੀ ਜਪਣਾ ਕਿਵੇਂ ਹੈ, ਉਹ ਜਾਪ ਕੀ ਹੈ? ਤੇ ਇਸ ਨੇ ਕਿਹਾ, ਮਾਈ ਉਹ ਜਾਪ ਮੇਰੇ ਮਗਰ ਤੂੰ ਬੋਲੀ ਤੇ ਮੁੜ ਕੇ ਇਹ ਲਗਾਤਾਰ ਕਰੀ ਚੱਲੀ। ਉਹਨੇ ਕਿਹਾ, ਕਿਵੇਂ? ਕਹਿੰਦਾ, ਤੂੰ ਬੋਲ ਕਿ ਰਾਮ ਪੁੱਤ, ਉਹਦੇ ਪੁੱਤ ਦਾ ਨਾਂ ਰਾਮ ਸੀ, ਰਾਮ ਪੁੱਤ ਇਹ ਸਾਹ ਜਦੋਂ ਲੈਣਾ ਉਦੋਂ ਕਹੇ, ਜਦੋਂ ਸਾਹ ਬਾਹਰ ਕੱਢਣਾ ਫਿਰ ਕਹੇ ਆ ਜਾ। ਫਿਰ ਕਹਿੰਦਾ, ਮਾਈ ਤੂੰ ਮੇਰੇ ਮਗਰ ਬੋਲ ਰਾਮ ਪੁੱਤ। ਫਿਰ ਜਦੋਂ ਸਵਾਸ ਨਿਕਲਦੇ ਫਿਰ ਕਹੇ ਆ ਜਾ। ਇਹ ਦਿਨ ਰਾਤ ਕਰੀ ਚੱਲ। ਮਾਈ ਨੇ ਕਿਹਾ, ਬਾਬਾ ਤੂੰ ਘਰੇ ਜਾ ਆਪਣੇ, ਐਵੇਂ ਆਪਣਾ ਵੀ ਟਾਈਮ ਖਰਾਬ ਕੀਤਾ ਨਾਲੇ ਮੇਰਾ ਕੀਤਾ। ਉਹਨੇ ਕਿਹਾ ਵੀ ਗੱਲ ਤਾਂ ਬਣੀ ਕੋਈ ਨਹੀਂ। ਉਹਨੇ ਕਿਹਾ, ਜੀ ਇਹ ਸਹੀ ਜਾਪ ਹੈ ਨਾ ਜਿਹੜਾ ਤੂੰ ਦੱਸਿਆ, ਇਹ ਜਾਪ ਤੇ ਫਿਰ ਬਾਬਾ ਉਦੋਂ ਦਾ ਹੋ ਰਿਹਾ ਜਿੱਦਣ ਦਾ ਪੁੱਤ ਘਰੋਂ ਗਿਆ ਹੈ। ਕਿਆ ਕਮਾਲ ਹੈ। ਇਹ ਜਾਪ ਤੇ ਉਸ ਦਿਨ ਤੋਂ ਚੱਲ ਰਿਹਾ ਹੈ ਜਿਸ ਦਿਨ ਤੋਂ ਪੁੱਤ ਘਰੋਂ ਗਿਆ ਹੈ। ਰਾਮ ਪੁੱਤ ਆ ਜਾਈ ਜੇ ਜਾਪ ਹੈ ਤੇ ਇਹ ਤੇ ਉਸ ਦਿਨ ਤੋਂ ਚੱਲ ਰਿਹਾ ਜਿਸ ਦਿਨ ਪੁੱਤਰ ਘਰ ਦੀਆਂ ਦਲੀਜਾਂ ਚੋਂ ਬਾਹਰ ਨਿਕਲ ਗਿਆ ਸੀ। ਇਹਦੇ ਵਾਸਤੇ ਨਾ ਮੈਨੂੰ ਜੁਗਤੀ ਦੀ ਲੋੜ ਹੈ, ਨਾ ਢੰਗ ਦੀ ਲੋੜ ਹੈ, ਨਾ ਇਹਦੇ ਵਾਸਤੇ ਮੈਨੂੰ ਯਾਦ ਕਰਨ ਦੀ ਕੁਝ ਲੋੜ ਹੈ। ਬਾਬਾ ਇਹ ਤੇ ਉਹ ਜਾਪ ਹੈ ਜਿਹੜਾ ਦਿਨ ਰਾਤ ਨਿਰੰਤਰ ਚੱਲਦਾ ਹੈ। ਮੈਂ ਸੁੱਤੀ ਹੋਵਾਂ ਤੇ ਤਾਂ ਵੀ ਚੱਲੀ ਜਾਂਦਾ ਹੈ। ਆਇਆ ਤੇ ਪਖੰਡੀ ਸੀ, ਪਰ ਕਈ ਵਾਰ ਬੰਦੇ ਦਾ ਜੀਵਨ ਬਦਲ ਜਾਂਦਾ। ਮਾਂ ਦੇ ਚਰਨ ਫੜ ਲੈ, ਮਾਂ ਆਇਆ ਲਾਲਚੀ ਬਣ ਕੇ ਪਖੰਡ ਕਰਨ ਸੀ, ਪਰ ਤੂੰ ਤੇ ਮੇਰੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਾਂ ਤੈਨੂੰ ਪਤਾ ਲੱਗ ਗਿਆ ਤੇਰਾ ਜਿਸ ਦਿਨ ਪੁੱਤਰ ਘਰੋਂ ਗਿਆ ਉਸ ਦਿਨ ਤੋਂ ਇਹ ਜਾਪ ਚੱਲ ਰਿਹਾ ਹੈ। ਅੱਜ ਤੋਂ ਮੈਨੂੰ ਪਤਾ ਲੱਗ ਗਿਆ ਮੈਂ ਆਪਣੇ ਬਾਪ ਤੋਂ ਵਿਛੜਿਆ ਨਿਰੰਕਾਰ ਪਰਮਾਤਮਾ ਤੋਂ ਮੈਂ ਦਿਨ ਰਾਤ ਉਹਦੇ ਨਾਲ ਇਹੋ ਜਿਹਾ ਪਿਆਰ ਬਣਾਵਾਂ ਜਿਵੇਂ ਮਾਂ ਤੇ ਪੁੱਤ ਦਾ ਬਣਿਆ ਹੋਇਆ ਹੈ। ਸਿਰਫ ਸਮਝਣ ਵਾਸਤੇ ਹੀ ਗੱਲ ਹੈ ਨਾ ਵੀ ਬੰਦਾ ਜਿਹੜਾ ਢੰਗ ਤਰੀਕੇ, ਹੁਣ ਮਾਂ ਕਹਿੰਦੀ ਮੈਨੂੰ ਇਹ ਜੁਗਤੀਆਂ ਦੀ ਕੀ ਲੋੜ ਹੈ, ਜੇ ਇਹੀ ਜਾਪ। ਇਹਦਾ ਮਤਲਬ ਹੋ ਗਿਆ ਜਿਸ ਨੂੰ ਇਹ ਸਮਝ ਆ ਜਾਏ ਨਾ ਕਿ ਵਾਹਿਗੁਰੂ ਪਰਮਾਤਮਾ ਤੋਂ ਵਿਛੜੇ ਹੋਏ ਆ, ਉਹਦੇ ਨਾਲ ਮਿਲਾਪ ਦਾ ਸਾਧਨ ਕੇਵਲ ਇਹੀ ਹੈ, ਉਹਨੂੰ ਨਿਰੰਤਰ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਅੰਦਰ ਚਿੰਤਨ ਕਰਨਾ, ਯਾਦ ਕਰਨਾ। ਸਿਮਰਨ ਦੇ ਅਰਥ ਇਹ ਚੱਲ ਰਹੇ ਨੇ। ਮੈਂ ਬੇਨਤੀ ਕਰ ਰਿਹਾ ਸੀ ਕਿ ਵਿਛੋੜੇ ਦੀ ਗੱਲ ਆਪਾਂ ਕਰ ਰਹੇ ਸਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ ਸ਼ਲੋਕ 12 ਤੇ ਵਧੇਕ ਵਿੱਚ। ਉੱਥੇ ਮਹਾਰਾਜ ਗੱਲ ਕਰਦੇ ਨੇ ਇੱਕ ਤਲਾਬ ਦੇ ਨਾਲ, ਤੇ ਤਲਾਬ ਨਾਲ ਗੱਲ ਕਰਦਿਆਂ ਹੋਇਆਂ ਕਹਿੰਦੇ ਨੇ, ਹੇ ਤਲਾਬ ਮੈਨੂੰ ਦੱਸ ਵੀ ਜਦੋਂ ਮੈਂ ਲੰਘ ਕੇ ਗਿਆ ਸੀ ਤੇਰੇ ਕੋਲੋਂ, ਉਦੋਂ ਬੜੀ ਸੋਹਣੇ ਤੇਰੇ ਅੰਦਰ ਪਾਣੀ ਦੀ ਲਹਿਰ ਚੱਲਦੀ ਪਈ ਸੀ। ਤੇਰੇ ਵਿੱਚ ਜਿਹੜੇ ਕਮਲ ਦੇ ਫੁੱਲ ਸਨ ਬੜੇ ਖਿੜਾਓ ਵਾਲੇ ਸਨ, ਸੁਨਹਿਰੀ ਭਾਵ ਮਾਰਦਾ ਸੀ। ਜਦੋਂ ਮੈਂ ਵਾਪਸ ਥੋੜੇ ਦਿਨਾਂ ਬਾਅਦ ਮੁੜ ਕੇ ਆਇਆ ਤੇ ਕਾਲ ਕੀ ਕਾਲ ਖਿਲਰੀ ਪਈ ਹੈ, ਉਹ ਸੋਨੇ ਵਰਗੀ ਭਾਵ ਕੋਈ ਨਹੀਂ ਨਜ਼ਰ ਆਉਂਦੀ। ਇਹ ਹੋਇਆ ਕੀ?
मैं सिर्फ अजे विछोड़े की गल कर रहा जिन्ने प्रमाण दे रहे हैं। उत्थे महाराज कह रहे हैं पब्बर तलाब नाल गल कर रहे हैं, पब्बर तू हरियावला कवला कंचन वन, हे पब्बर हे तलाब तू बड़ा सोहना सी, सोने वर्गी भाव मारदा सी ते हुण तैनूं की हो गया। पब्बर तू हरियावला कवला कंचन वन, कै दोखड़े सड़ियो है, की होया तैनूं तू सड़ क्यों गया है, तू काला क्यों हो गया है। कै दोखड़े सड़ियो है नानक मैं तन भंग। अगे फिर वो जवाब जो दिंदा ओहदा जवाब तो महाराज आप दे रहे हैं, पर तलाब की गल कर रहे हैं कि तलाब अगों उत्तर की दे रहा है। तलाब कह रहा जाना महाराज मैं जानदा इस गल नूं कि मैं सोने वर्गी भाव मारदा सी ते मेरी हालत इस करके ये बन गई कि जाना पानी नाल हां जैसेती मेरा, संग जित डिठै तन पर फड़ै चढ़ै चवगण वन। महाराज कहंदे पानी कह रहा है इस करके क्योंकि पानी चलिया गया, वो जिहड़ा कमल दे फुੱਲ मुक गए, पानी मुक गया तो कमल दे फुੱਲ भी नाल सड़ गए। महाराज कहंदे विछोड़े करके ये सारा कुछ वापर गया। मैं तां कह रहा असी जे ये सवाल करिए भी क्यों, मैं तां इन्नियां बेनतियां कीतियां गुरमुखो, असी विछड़े हुए हैं किरत कर्म के विछड़े कर कृपा मिलो राम। ये समझिए भी परमात्मा नालों विछोड़ा। हुण आपां अगे गल करदे हां कि जिह घट सिमरन राम को सो नर मुक्ता जान। हुण मुक्त हो जाता तो मुक्त किहड़ी चीज़ तो हो जाता है। सतगुरु गुरु ग्रंथ साहिब महाराज जी की बाणी, गुरु अर्जुन देव जी के बचन ने, असी सुखमणी साहिब की बाणी पढ़ते सुनते हैं। उहदे च महाराज ने बड़े सोहने बचन कीते ने मुक्त के संबंध में। तैसा हरख तैसा उस सोग, सदा आनंद तै नहीं वियोग, तैसा स्वर्ण तैसी उस माटी, तैसा अमृत तैसी बिख खाटी, तैसा मान तैसा अभिमान, तैसा रंक तैसा राजान, जो वरताए सब नूं बाणी आउंदी सुखमणी साहिब जी दा पढ़दे ही। जो वरताए साई जुगत नानक ओ पुरख कहिए जीवन मुक्त। महाराज ने अर्थ करते ना किड्डे प्यारे। महाराज कहंदे कौन है जीवन मुक्त, जिहड़ा इन्हां चीज़ां नूं बराबर जानदा, खुशी गमी सोना चांदी लोहा आदਿਕ मिट्टी आदਿਕ नूं ते खुशी गमी नूं, महाराज कहंदे मान अभिमान नूं, ਜਿਹੜਾ ਸਾਰੀਆਂ ਚੀਜ਼ਾਂ ਨੂੰ ਇੱਕ ਸਮਾਨ ਜਾਣ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਮੁਕਤ ਹੋ ਗਿਆ। ਦੂਸਰੀ ਗੱਲ, ਜਿਹੜਾ ਬੰਦਾ ਇਸ ਬੰਨੇ ਤੁਰ ਪੈਂਦਾ ਹੈ ਉਹ ਫਿਰ ਕਿਸੇ ਦੀ ਮੁਤਾਜੀ ਨਹੀਂ ਕਰਦਾ, ਉਹ ਬੇਮੁਤਾਜ ਹੋ ਜਾਂਦਾ, ਮੁਤਾਜ ਨਹੀਂ ਰਹਿੰਦਾ ਕਿਸੇ ਦਾ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਮੈਨੂੰ ਕਿਸੇ ਦੀ ਮੁਸ਼ੰਦਗੀ ਮੁਤਾਜੀ ਕਾਦੀ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ तेरा बंदा। महाराज कह रहे हैं मुताजी मुताज नहीं किसी का। तीसरी गल हूँ मैं जी गल कर लग्या कि ये जिहड़े जिन्हां अंदर ये जाप सिमरन जिहड़े एक मिक हुंदे ने परमात्मा नाल, निशानियां की ने उन्हां दियां। असीं कुछ बाणी भगतां दी बाणी चों लवांगे। भगत कबीर साहब जी दे बचन लैने आ। भगत कबीर साहब कहंदे परमात्मा वाहिगुरू दे नाम सिमरन दे राही अंदर दृढ़ता इन्नी आ जाती है मनुख दे अंदर, उस जीव दे अंदर वो एक तां किसी दा मुताज नहीं रह जाता। दूसरी गल भगत कबीर साहब जी ने कही, कह लगे उन्होंने सारियां विच वाहिगुरू परमात्मा निरंकार परमेश्वर के दीदार होंदे, उस सब दे विच जोत उसकी समझदा है। फिर अगली गल भगत कबीर साहब कहते अनख नाल जिंदगी जिउण दा उन्होंने तरीका आ जाता है भी अनख नाल किवें जिउणा है, और जी के विखाया भगतां ने जिन्हां दे अंदर सिमरन चलिया एक मिक होए रब नाल। निशानियां भी ते ना उन्हां दियां कुछ। भगत कबीर साहब जी कहते लंबे समय तो सानू दरकारिया गया, सानू जुलाहे कह कह के शूद्र कह कह के सानू दरकारिया गया ब्राह्मणों वालों। ब्राह्मण दा अर्थ कोई धर्म नहीं मैं कह रहा, पुजारी श्रेणी जिहड़ी सी जिन्होंने ये कहा सी भी शूद्र ने नीच ने, जिन्होंने चार श्रेणियां च वंड के कह दिता सी भी खत्तरी ब्राह्मण शूर ते वैस कह दिता सी। कबीर साहब जी कहते हैं वाहिगुरू परमात्मा के सिमरन दे विचों ये ताकत मिलती है कि जे कोई उन्होंने ये कहण की हिम्मत करता है तो अगों इन्नी युरत रखते हैं वो कि जिहड़ा बंदा किसी नीच नीवा निमा शूद्र कहता है ਉਹਦੇ ਮੂੰਹ ਤੇ ਉਹਨੂੰ ਦੱਸਦੇ ਨੇ ਵੀ ਦੱਸ ਮੈਂ ਕਿਹੜੀ ਗੱਲੋਂ ਸ਼ੂਦਰ ਆ ਬਈ, ਦੱਸ ਮੈਂ ਨੀਚ ਕਿਹੜੀ ਗੱਲੋਂ ਆ। ਫਿਰ ਕਬੀਰ ਸਾਹਿਬ ਵਰਗਾ ਕਹਿ ਸਕਦਾ ਮਹਾਂਪੁਰਖ ਸੂਰਮਾ ਜਿਹਦੇ ਅੰਦਰ ਸੱਚਮੁੱਚ ਪਰਮਾਤਮਾ ਦੀ ਜੋਤ ਚੱਲਦੀ ਪਈ ਹੈ। ਜਦੋਂ ਉਹਨਾਂ ਨੇ ਸਵਾਲ ਜਵਾਬ ਸਿੱਧੇ ਕੀਤੇ, ਕਹਿੰਦੇ ਨੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਮੈਨੂੰ ਇਹ ਦੱਸੋ ਵੀ ਜਦੋਂ ਬੰਦਾ ਮਾਂ ਦੇ ਗਰਭ ਵਿੱਚ ਹੁੰਦਾ ਉਹਦੀ ਕਿਹੜੀ ਕੁੱਲ ਹੁੰਦੀ ਹੈ ਬਈ। ਮੈਂ ਕੱਲ ਵੀ ਇੱਕ ਘਰ 'ਚ ਗਿਆ ਸੀ ਤੇ ਬੇਨਤੀ ਕੀਤੀ, ਮੈਂ ਖਬਰ ਸੁਣੀ, ਤੁਸੀਂ ਵੀ ਸੁਣ ਲਈ ਹੋਣੀ ਹੈ कि इस कैलीफोर्निया स्टेट ने, कैलीफोर्निया में जो मैनू पता लगा जो मैं खबर सुनी कह रहा, कैलीफोर्निया दे विच एक बिल पास हो गया है
ਕਿ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਕਿਸੇ ਬੰਦੇ ਨੂੰ ਕੋਈ ਉੱਚਾ ਨੀਵਾਂ ਜੇ ਸਮਝੇਗਾ, ਉਹਦੇ ਉੱਤੇ ਕਾਨੂੰਨ ਲਾਗੂ ਹੋਏਗਾ। ਇਹ ਬਿੱਲ ਪਾਸ ਹੋ ਗਿਆ ਹੈ। ਜਿਹੜਾ ਬੰਦਾ ਜਾਤ ਪਾਤ ਦੇ ਨਾਂ ਦੇ ਉੱਤੇ, ਨਫ਼ਰਤ ਦੇ ਨਾਂ ਦੇ ਉੱਤੇ ਕਿਸੇ ਬੰਦੇ ਨੂੰ ਕਹੇਗਾ ਇਹ ਛੋਟਾ ਹੈ ਜੀ, ਇਹ ਵੱਡਾ ਜੀ, ਇਹਦੀ ਆ ਫਲਾਨੀ ਜਾਤ ਹੈ ਜੀ, ਨਫ਼ਰਤ ਕਰੇਗਾ, ਇਹ ਮੈਂ ਖਬਰਾਂ ਸੁਣਿਆ ਵੀ ਬਿੱਲ ਪਾਸ ਕਰਤਾ ਵੀ ਉਸ ਬੰਦੇ ਤੇ ਕਾਨੂੰਨ ਲਾਗੂ ਹੋਏਗਾ। ਮੈਂ ਕੱਲ੍ਹ ਵੀ ਉੱਥੇ ਬੇਨਤੀ ਕੀਤੀ ਸੀ ਵੀ ਧੰਨਵਾਦ ਕਰੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਿਰ ਰੱਖ ਕੇ, ਮਹਾਰਾਜ ਤੁਸੀਂ ਤਾਂ ਕਈ ਸੌ ਸਾਲ ਪਹਿਲਾਂ ਕਹਿ ਗਏ ਹੋ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਥੇ ਨਦਰ ਤੇਰੀ ਬਖਸ਼ੀ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਮਹਾਰਾਜ ਨੇ ਕਿਹਾ ਜਾਤ ਪਾਤ ਕੋਈ ਨਹੀਂ, ਬੰਦਾ ਜਿਹੋ ਜੇ ਕੰਮ ਕਰਦਾ। ਹੁਣ ਇੱਕ ਮੰਨ ਲਓ, ਸਿਰਫ ਉਦਾਹਰਨ ਕਹਿ ਰਿਹਾ ਦੇ ਰਿਹਾ, ਇੱਕ ਮੰਨ ਲਓ ਆਪਣੇ ਆਪ ਨੂੰ ਕਹਿੰਦਾ ਮੈਂ ਉੱਚੀ ਜਾਤੀ ਦਾ ਹਾਂ ਤੇ ਕੰਮ ਨੀਚਾਂ ਵਾਲੇ ਕਰੇ, ਉੱਚੀ ਜਾਤੀ ਦਾ ਕਿਵੇਂ ਰਹਿ ਗਿਆ ਭਈ? ਇੱਕ ਬੰਦਾ ਜਿਹਨੂੰ ਸਮਾਜ ਕਹਿ ਰਿਹਾ ਵੀ ਅੱਜ ਦਾ ਨੀਵਾਂ ਨੀਚ ਹੈ, ਉਹ ਕੰਮ ਬ੍ਰਹਮ ਗਿਆਨ ਵਾਲੇ ਕਰੇ ਤੇ ਕਿਵੇਂ ਨੀਵਾਂ ਰਹਿ ਗਿਆ? ਮੈਂ ਜਿਹੜੀ ਬੇਨਤੀ ਕਰਨ ਲੱਗਿਆ ਕਿ ਇਹ ਯੁਰਤ ਆ ਜਾਂਦੀ ਉਹਨਾਂ ਦੇ ਅੰਦਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਹੇ ਪੰਡਤ ਜੀ, ਤੁਸੀਂ ਸਾਨੂੰ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੇ ਆਏ ਹੋ ਵੀ ਤੁਸੀਂ ਸ਼ੂਦਰ ਹੋ ਜੀ, ਨੀਚ ਹੋ ਜੀ, ਜਲਾਇਓ। ਇਹ ਗੱਲ ਮੈਂ ਤੁਹਾਡੀ ਸੁਣਦੇ ਆ ਰਹੇ ਹਾਂ, ਪਰ ਜੋ ਸਿਮਰਨ ਕਰਕੇ ਵਾਹਿਗੁਰੂ ਪਰਮਾਤਮਾ ਦਾ, ਕਬੀਰ ਸਾਹਿਬ ਕਹਿੰਦੇ ਮੈਨੂੰ ਸਮਝ ਆਈ ਹੈ। ਇਸ ਗੱਲ ਦਾ ਮੈਨੂੰ ਜਵਾਬ ਦੇ ਵੀ ਜਦੋਂ ਮਾਂ ਦੇ ਗਰਭ ਵਿੱਚ ਸਾਂ ਉਦੋਂ ਕਿਹੜੀ ਕੁਲ ਸੀ ਆਪਣੀ, ਜਾਤ ਕਿਹੜੀ ਸੀ ਆਪਣੀ ਉਦੋਂ? ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਤ ਬਾਹਮਣ ਕਬ ਕੇ ਹੁਏ, ਬਾਹਮਣ ਕਹਿ ਕੇ ਜਨਮ ਮਤ ਹੋਏ, ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਜੇ ਮੰਨ ਲਓ ਤੇਰੀ ਗੱਲ ਵੀ ਤੂੰ ਕਹਿਣਾ ਮੈਂ ਬ੍ਰਾਹਮਣ ਆ ਤੇ ਮੈਨੂੰ ਕਹਿਣਾ ਸ਼ੂਦਰ ਹੈ, ਤੇ ਫਿਰ ਇਹ ਦੱਸ ਵੀ ਹਮ ਕਤ ਲੋਹੂ ਤੁਮ ਕਤ ਦੂਧ। ਜੇ ਆਪਾਂ ਦੋਹਾਂ ਦੇ ਸਰੀਰ ਦਾ ਅੰਗ ਕੱਟਿਆ ਜਾਏ, ਉਸ ਅੰਗ ਕੱਟਣ ਤੋਂ ਬਾਅਦ ਮੈਨੂੰ ਇਹ ਦੱਸ ਵੀ ਜਦੋਂ ਉਹਦੇ ਵਿੱਚੋਂ ਖੂਨ ਨਿਕਲੇਗਾ ਤੇ ਖੂਨ ਦਾ ਰੰਗ ਵੀ ਇੱਕੋ ਜਿਹਾ ਹੋਣਾ, ਉਸ ਖੂਨ ਨੂੰ ਕੋਈ ਪਹਿਚਾਣ ਨਹੀਂ ਸਕੇਗਾ। ਫਿਰ ਪੰਡਤ ਜੀ ਇਹ ਦੱਸੋ ਤੁਹਾਡੇ ਵਿੱਚੋਂ ਦੁੱਧ ਨਿਕਲੇਗਾ, ਤੁਹਾਡੇ 'ਚੋਂ ਵੀ ਖੂਨ ਨਿਕਲਣਾ, ਮੇਰੇ 'ਚੋਂ ਵੀ ਖੂਨ ਨਿਕਲਣਾ, ਤੇ ਪਛਾਣ ਕੋਈ ਨਹੀਂ ਹੋਣੀ। ਹੁਣ ਇਹੋ ਜਿਹੀਆਂ ਗੱਲਾਂ ਕੌਣ ਕਰ ਸਕਦਾ ਬਈ? ਇੰਨੇ ਲੰਮੇ ਸਮੇਂ ਤੋਂ ਲਤਾੜੇ ਹੋਏ ਜਿਹੜੇ ਸਨ, ਉਹਨਾਂ ਅੰਦਰ ਯੁਰਤ ਕਿੱਥੋਂ ਆਈ ਏ, ਤਾਕਤ ਕਿੱਥੋਂ ਮਿਲੀ, ਅਣਖ ਵਰਗਾ ਜ਼ਿੰਦਗੀ ਜਿਉਣ ਦਾ ਢੰਗ ਕਿੱਥੋਂ ਮਿਲਿਆ? ਬਸ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਸਭ ਦਾ ਪਰਮਾਤਮਾ ਇੱਕ ਹੈ। ਉਹਦੇ ਨਾਲ ਜਿਹੜਾ ਜੁੜ ਜਾਂਦਾ, ਜਦੋਂ ਪਰਮਾਤਮਾ ਵਾਹਿਗੁਰੂ ਬੇਮੁਹਤਾਜ ਹੈ, ਉਹਨੂੰ ਕਿਸੇ ਦੀ ਮੁਹਤਾਜੀ ਨਹੀਂ, ਤੇ ਉਹਦੇ ਨਾਲ ਜੁੜਨ ਵਾਲਾ ਵੀ ਕਿਸੇ ਦਾ ਮੁਹਤਾਜ ਨਹੀਂ ਹੈ। ਕਬੀਰ ਸਾਹਿਬ ਕਹਿ ਰਹੇ ਨੇ ਕਿ ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਤ ਬਾਹਮਣ ਕਬ ਕੇ ਹੁਏ, ਬਾਹਮਣ ਕਹਿ ਕੇ ਜਨਮ ਮਤ ਖੋਏ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਪੰਡਤ ਜੀ ਕਿ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੇ ਸਾਨੂੰ ਸਭ ਨੂੰ ਪੈਦਾ ਕਰਨ ਦਾ ਇੱਕੋ ਹੀ ਤਰੀਕਾ ਪਰਮਾਤਮਾ ਦਾ ਹੈ। ਤੁਸੀਂ ਸਾਡੇ ਵਿੱਚ ਫਰਕ ਕਾਹਦੇ ਵਾਸਤੇ ਪਾ ਰਹੇ ਹੋ? ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ, ਜਿਵੇਂ ਵਾਹਿਗੁਰੂ ਪਰਮਾਤਮਾ ਦਾ ਨਿਯਮ ਬਣਿਆ ਸੀ, ਜਿਵੇਂ ਮੈਂ ਪਰਮਾਤਮਾ ਦੇ ਨਿਯਮ ਮੁਤਾਬਕ ਇਸ ਸੰਸਾਰ ਤੇ ਆਇਆ, ਕਬੀਰ ਸਾਹਿਬ ਕਹਿ ਰਹੇ ਨੇ, ਤੇ ਉਹੀ ਨਿਯਮ ਤੁਹਾਡੇ ਤੇ ਲਾਗੂ ਹੁੰਦਾ, ਤੁਸੀਂ ਵੀ ਉਵੇਂ ਪੈਦਾ ਹੋਏ ਹੋ। ਇਹ ਬਾਣੀ ਦਾ ਵਚਨ ਹੈ। ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਹੇ ਪੰਡਤ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਕਿ ਤੁਹਾਡਾ ਤੇ ਜਨਮ ਮੇਰਾ ਸੇਮ ਬਰਾਬਰ ਇੱਕੇ ਢੰਗ ਤਰੀਕੇ ਦੇ ਨਾਲ ਹੋਇਆ ਨਾ। ਕੌਰੇ ਪੰਡਤ ਬਾਹਮਣ ਕਬ ਕੇ ਹੁਏ, ਬਾਹਮਣ ਕਹਿ ਕੇ ਜਨਮਤ ਹੋਏ। ਤੇ ਫਿਰ ਕਹਿੰਦੇ ਨੇ ਕਿ ਇਹ ਪੰਡਤ ਜੀ ਮੈਨੂੰ ਇਹ ਦੱਸੋ ਵਾਹਿਗੁਰੂ ਪਰਮਾਤਮਾ ਦੇ ਢੰਗ, ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਫਿਰ ਇਹਦਾ ਮਤਲਬ ਵਾਹਿਗੁਰੂ ਨੇ ਸਾਡਾ ਤਰੀਕਾ ਤੇ ਇੱਕ ਹੀ ਹੈ ਨਾ ਜਨਮ ਲੈਣ ਦਾ ਸੰਸਾਰ ਦੇ ਉੱਤੇ। ਇਹਦਾ ਮਤਲਬ ਅਣਖ ਵਰਗੀ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਆ ਜਾਂਦਾ ਉਹਨਾਂ ਨੂੰ। ਮੈਂ ਹੁਣ ਬੇਨਤੀ ਕਰਨ ਲੱਗਿਆ ਕਿ ਕੁਝ ਆਪਾਂ ਸਾਖੀ ਲੈ ਲੈਂਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦੀ। ਕੱਲ੍ਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਲੰਘ ਕੇ ਗਿਆ ਹੈ। ਆਉਣ ਵਾਲੇ ਦਿਨਾਂ 'ਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਤੇ ਗੁਰਮੁਖ ਮੈਂ ਬੇਨਤੀ ਕਰਨ ਲੱਗਿਆ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਜੀਵਨ ਦੀ ਇੱਕ ਘਟਨਾ ਕਿ ਇਹ ਜਿਹੜਾ ਭਜਨ ਚੱਲ ਰਿਹਾ ਨਾ ਕਿ ਜਿਹੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮਹਾਰਾਜ ਕਹਿੰਦੇ ਅੰਤਰ ਕੋਈ ਨਹੀਂ ਰਹਿ ਜਾਂਦਾ, ਉਹ ਵਾਹਿਗੁਰੂ ਦੇ ਰੂਪ ਬਣ ਜਾਂਦੇ। ਵੈਸੇ ਕਬੀਰ ਸਾਹਿਬ ਨੇ ਖੁਦ ਵੀ ਕਿਹਾ ਕਿ ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਕਹਿੰਦੇ ਮੈਨੂੰ ਤੇ ਰੱਬ ਨੂੰ ਹੁਣ ਕੋਈ ਜੇ ਵੱਖਰਾ ਕਰਨਾ ਚਾਹੇ, ਪਹਿਚਾਣ ਕਰਨੀ ਚਾਹੇ, ਰੱਬ ਦਾ ਹੀ ਮੈਂ ਰੂਪ ਹੋ ਗਿਆ ਹਾਂ, ਉਹਦੇ ਵਿੱਚ ਤੇ ਮੇਰੇ ਵਿੱਚ ਅੰਤਰ ਕੋਈ ਨਹੀਂ ਰਹਿ ਗਿਆ। ਇਹ ਭਗਤ ਕਬੀਰ ਸਾਹਿਬ ਕਹਿ ਰਹੇ। ਮੈਂ ਬੇਨਤੀ ਕਰਨ ਲੱਗਿਆ ਕਿ ਇੱਕ ਸਾਖੀ ਜਿਹਦੇ ਵਿੱਚ ਇਹ ਪਤਾ ਚੱਲ ਜਾਏਗਾ ਕਿ ਸੱਚਮੁੱਚ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਸਿਮਰਨ ਚੱਲਦਾ ਹੈ, ਉਹ ਗੁਰੂ ਦਾ ਰੂਪ, ਪਰਮੇਸ਼ਰ ਦਾ ਰੂਪ,
ਗੁਰੂ ਦੇ ਨਾਲ ਵੀ ਅਭੇਦਤਾ ਕਿੱਦਾਂ ਦੀ ਹਾਸਲ ਕਰ ਜਾਂਦੇ ਐ, ਇਹ ਮੈਂ ਸਾਖੀ ਕਹਿਣ ਲੱਗਿਆ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕਸ਼ਮੀਰ ਗਏ ਹੈ, ਕਿਉਂਕਿ ਸਤਿਗੁਰੂ ਦਾ ਕੱਲ ਗੁਰਗੱਦੀ ਦਿਵਸ ਲੰਘ ਕੇ ਗਿਆ, ਤਾਂ ਆਪਾਂ ਮਹਾਰਾਜ ਦੇ ਜੀਵਨ ਦੀ ਇੱਕ ਘਟਨਾ ਲੈ ਲੈਂਦੇ ਹਾਂ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਕਸ਼ਮੀਰ ਜਾਂਦੇ ਨੇ। ਇੱਥੇ ਗਿਲਟੀ ਤਾਪ ਬੜਾ ਜ਼ੋਰਾਂ 'ਤੇ ਸੀ, ਤੇ ਮਹਾਰਾਜ ਨੇ ਇੱਥੇ ਰਹਿ ਕੇ ਫਿਰ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਇੰਨਾ ਪਿਆ ਕਿ ਮਹਾਰਾਜ ਦੇ ਚਰਨਾਂ 'ਚ ਕਈ ਭੌਰੇ ਬਣਨ ਲੱਗ ਪਏ, ਸਿੱਖੀ ਧਾਰਨ ਕਰਨ ਲੱਗ ਪਏ ਮਹਾਰਾਜ ਦੇ ਚਰਨਾਂ 'ਚੋਂ ਆ ਕੇ। ਇੱਥੇ ਇੱਕ ਸਿੱਖ ਆਉਂਦਾ ਹੈ, ਜੀਵ ਆਉਂਦਾ ਹੈ, ਉਹਦਾ ਨਾਂ ਹੈ ਭਾਈ ਕੱਟੂ, ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਤੋਂ ਸਿੱਖੀ ਦੀ ਦਾਤ ਲੈਂਦਾ ਹੈ। ਮਹਾਰਾਜ ਨੂੰ ਉਸ ਨੂੰ ਕਹਿੰਦੇ ਨੇ ਵੀ ਦਿਨ ਰਾਤ ਪਰਮੇਸ਼ਰ ਦੇ ਨਾਮ ਨਾਲ ਜੁੜੇ ਰਹਿਣਾ ਹੈ। ਵਾਹਿਗੁਰੂ ਨਿਰੰਕਾਰ ਤੋਂ ਵਿਛੜੇ ਉਹਦੇ ਨਾਲ ਮਿਲਾਪ ਦਾ ਸਾਧਨ ਕੇਵਲ ਉਹਦੀ ਯਾਦ ਚਿੰਤਨ ਹੈ, ਤੇ ਆਏ ਗਏ ਦੀ ਸੇਵਾ ਕਰਨੀ ਭਾਈ ਕੱਟੂ, ਇਹ ਤੇਰੀ ਜ਼ਿੰਮੇਵਾਰੀ ਹੋਏਗੀ। ਮਹਾਰਾਜ ਨੇ ਸੇਵਾ ਸੌਂਪ ਦਿੱਤੀ। ਇਹ ਦਿਨ ਰਾਤ ਜਿੱਥੇ ਸੇਵਾ ਸਿਮਰਨ ਵਿੱਚ ਲੱਗਾ ਹੋਇਆ ਹੈ, ਉੱਥੇ ਜਿਹੜਾ ਕੋਈ ਆਉਂਦਾ ਜਾਂਦਾ ਸੀ ਰਾਹੀ ਪਾਂਦੀ, ਉਹਦੀ ਵੀ ਸੇਵਾ ਹੈ। ਤਾਂ ਵਿਚਾਰਾ ਗਰੀਬ ਸੀ, ਪਰ ਗੁਰਮੁਖੋ ਜਦੋਂ ਸੇਵਾ ਦੀ ਗੱਲ ਆਵੇ ਉੱਥੇ ਅਮੀਰੀ ਗਰੀਬੀ ਨਹੀਂ ਚੱਲਦੀ ਹੁੰਦੀ। ਅਸੀਂ ਉਹ ਇਤਿਹਾਸ ਹੈ ਸਾਡਾ, ਜਦੋਂ ਇਹ ਦੇਖਿਆ ਗਿਆ ਵੀ ਇਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਤੇ ਚੜ੍ਹਦੀ ਕਲਾ ਇਹਨਾਂ ਦੀ ਕਿਉਂ ਹੈ। ਮੈਂ ਸਿਰਫ ਇੱਕ ਮਿੰਟ ਵਾਸਤੇ ਬੇਨਤੀ ਕਰਨ ਲੱਗਾ ਵੀ ਜਦੋਂ ਦਾਨ ਦੀ ਗੱਲ ਆਉਂਦੀ, ਦੇਣ ਦੀ ਗੱਲ ਆਉਂਦੀ, ਉੱਥੇ ਅਮੀਰੀ ਗਰੀਬੀ ਨਹੀਂ ਚੱਲਦੀ ਹੁੰਦੀ। ਉਹਨਾਂ ਨੇ ਵੇਖਿਆ ਵੀ ਅਸੀਂ ਵੇਖਣਾ ਚਾਹੁੰਦੇ ਬੰਦਿਆਂ ਨੂੰ, ਇਹਨਾਂ ਨੂੰ ਅਸੀਂ ਇੰਨਾ ਕੁਝ ਕਰਕੇ ਦੇਖਿਆ। ਬੱਚੇ ਵੀ ਇਹਨਾਂ ਦੇ ਸਾਹਮਣੇ ਟੁਕੜੇ ਕਰ ਦਿੱਤੇ, ਇਹਨਾਂ ਦੀਆਂ ਝੋਲੀਆਂ 'ਚ ਬੱਚਿਆਂ ਦੇ ਟੁਕੜੇ ਕਰਕੇ ਝੋਲੀਆਂ 'ਚ ਪਾਤੇ, ਗਲਾਂ 'ਚ ਹਾਰ ਪਾ ਦਿੱਤੇ, ਨੇਜ਼ਾਂ 'ਤੇ ਟੰਗ ਦਿੱਤੇ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹਨਾਂ ਦੇ ਅੰਦਰੋਂ ਇਹ ਜਿਹੜੀ ਇੱਕ ਸੁਰਤਾ ਹੈ, ਇੱਕ ਮਿਕਤਾ ਹੈ, ਇੱਕ ਦੂਜੇ ਦੇ ਲਈ ਮਰਨ ਮਿਟਣ ਲਈ ਤਿਆਰ ਨੇ, ਜਾਂ ਇਹਨਾਂ ਅੰਦਰ ਇਹ ਜਿਹੜੀ ਪਰਉਪਕਾਰ ਵਾਲੀ ਜਾਂ ਦੂਜੇ ਨੂੰ ਭਲਾ ਦੇਣ ਦੀ ਜਿਹੜੀ ਭਾਵਨਾ ਹੈ, ਇਹ ਆਖਰਕਾਰ ਮਿਲਦੀ ਇਹਨਾਂ ਨੂੰ ਕਿੱਥੋਂ ਹੈ। ਸਾਧ ਸੰਗਤ, ਇਹ 18ਵੀਂ ਸਦੀ ਦੀ ਮੈਂ ਘਟਨਾ ਸਿਰਫ ਕਹਿਣ ਲੱਗੇ ਹਾਂ। ਫਿਰ ਆਪਾਂ ਉਹਨੇ ਗੁਰੂ ਹਰਗੋਬਿੰਦ ਸਾਹਿਬ ਵਾਲੀ ਉਸ ਗੱਲ ਵਿੱਚੋਂ ਨਿਕਲ ਆਈ ਕਿ ਸਾਧ ਸੰਗਤ ਜਦੋਂ ਕੀਤਾ ਕੀ ਵੀ ਇੱਕ ਰੋਟੀ, ਉਹ ਰੋਟੀ ਜਿਹੜੀ ਸੀ ਉਹ ਅੰਦਰ ਪਹੁੰਚਾ ਦਿੱਤੀ ਗਈ ਜਿੱਥੇ ਬੱਚਾ ਸੀ, ਬਜ਼ੁਰਗ ਸੀ ਤੇ ਨੌਜਵਾਨ ਸੀ। ਜੇਲ੍ਹਾਂ ਵਿੱਚ ਜਿਹੜੇ ਬੰਦ ਨੇ, ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ। ਇੱਕ ਰੋਟੀ ਉਹਦੇ ਕੋਲੇ ਹੈ, ਤੇ ਸਾਈਡ ਤੇ ਖੜ ਕੇ ਬੰਦੇ ਵੇਖਣ ਲੱਗ ਪਏ ਵੀ ਇੱਕ ਰੋਟੀ ਨੂੰ ਕਰਨਗੇ ਕੀ। ਜਦੋਂ ਉਹ ਰੋਟੀ ਆਉਂਦੀ ਹੈ ਬਜ਼ੁਰਗ ਦੇ ਕੋਲੇ, ਉਹ ਅੱਗੋਂ ਰੋਟੀ ਦਿੰਦਾ ਹੈ ਬੱਚੇ ਨੂੰ, ਕਹਿੰਦਾ ਮੈਂ ਤਾਂ ਜ਼ਿੰਦਗੀ ਭੋਗ ਲਈ ਜਿੰਨੀ ਭੋਗਣੀ ਸੀ, ਤੈਨੂੰ ਅਜੇ ਲੋੜ ਹੈ। ਬੱਚਾ ਰੋਟੀ ਦਿੰਦਾ ਨੌਜਵਾਨ ਨੂੰ, ਕਹਿੰਦਾ ਮੇਰੀ ਤੇ ਅਜੇ ਛੋਟੀ ਜੀ ਉਮਰ ਹੈ, ਕੋਈ ਨਹੀਂ ਜੇ 4 ਸਵਾਸ ਆਏ ਜਾਂ ਨਹੀਂ ਆਏ, ਇਸ ਵੇਲੇ ਤੂੰ ਭਰ ਜੋਬਨ ਜਵਾਨੀ ਵਿੱਚ ਹੈ, ਤੈਨੂੰ ਕੌਮ ਨੂੰ ਤੇਰੀ ਜ਼ਿਆਦੀ ਲੋੜ ਹੈ। ਉਹ ਰੋਟੀ ਫਿਰ ਨੌਜਵਾਨ ਤੋਂ ਬਜ਼ੁਰਗ ਕੋਲੇ ਚਲੇ ਜਾਂਦੀ ਹੈ। ਉਹ ਕਹਿੰਦੇ ਤੁਸੀਂ ਕੌਮ ਨੂੰ ਬੜੀ ਸਿਰ ਦੇ ਦਿਓਗੇ, ਤੁਸੀਂ ਛਕ ਲਓ ਫੁਲਕਾ। ਜਿਹੜੇ ਪਾਸੇ ਵਹਿੰਦੇ ਸੀ ਨਾ, ਉਹਨਾਂ ਕਿਹਾ ਜੇ ਇਸ ਕੌਮ ਦਾ ਇਹੀ ਹਾਲ ਰਿਹਾ, ਦੁਨੀਆ ਵਿੱਚ ਕੋਈ ਇਹੋ ਜਿਹੀ ਤਾਕਤ ਨਹੀਂ ਜਿਹੜੀ ਇਸ ਕੌਮ ਨੂੰ ਖਤਮ ਕਰ ਦੇਗੀ। ਜਿਹੜੀ ਕੌਮ ਦੇ ਵਿੱਚ ਇੰਨਾ ਪਿਆਰ ਤੇ ਮੁਹੱਬਤ ਹੋਵੇ, ਇੱਕ ਰੋਟੀ ਉਹ ਵੀ ਤਿੰਨਾਂ 'ਚ ਘੁੰਮਦੀ ਜਾਂਦੀ ਵੀ ਤੂੰ ਖਾ ਲੈ, ਦੂਜਾ ਕਹਿੰਦਾ ਤੂੰ ਖਾ ਲੈ, ਦੂਜਾ ਕਹਿੰਦਾ ਤੂੰ ਖਾ ਲੈ। ਜਿਸ ਕੌਮ ਦੇ ਅੰਦਰ ਇਹੋ ਜਿਹੀ ਮੁਹੱਬਤ ਤੇ ਪਿਆਰ ਬਣਿਆ ਰਹੇਗਾ, ਦੁਨੀਆ ਦੀ ਕੋਈ ਤਾਕਤ ਉਸ ਕੌਮ ਨੂੰ ਖਤਮ ਨਹੀਂ ਕਰ ਸਕੇਗੀ। ਗੁਰਮੁਖੋ, ਇਹ ਛੋਟੀਆਂ ਗੱਲਾਂ ਨੇ। ਅੱਜ ਅਸੀਂ ਮਾਣ ਨਾਲ ਸਿਰ ਉੱਚਾ ਕਰਕੇ ਜਿਉਂਦੇ, ਉਹਨਾਂ ਦੇ ਪਾਏ ਹੋਏ ਪੂਰਨਾ ਕਰਕੇ ਆ ਬਜ਼ੁਰਗਾਂ ਦੇ। ਮੈਂ ਤਾਂ ਕਹਿ ਰਿਹਾ, ਗੱਲ ਹੁਣ ਇੱਕ ਰੋਟੀ ਦੀ ਸੀ ਨਾ, ਅੰਦਰ ਭਾਵਨਾ ਤੁਸੀਂ ਦੇਖੋ ਕਿੰਨਿਆਂ ਦਿਨਾਂ ਦੇ ਭੁੱਖੇ ਸੀ, ਕਿੰਨਿਆਂ ਦਿਨਾਂ ਦੇ ਭੁੱਖੇ ਹੋਣ ਦੇ ਬਾਵਜੂਦ ਵੀ ਇੱਕ ਰੋਟੀ ਨਹੀਂ ਖਾ ਰਹੇ। ਉਹ ਦੂਜਾ ਦੂਜੇ ਨੂੰ ਕਹਿ ਰਿਹਾ ਤੂੰ ਖਾ ਲੈ। ਮੈਂ ਜ਼ਿਕਰ ਕਰ ਲੱਗਾ ਸੀ ਕਿ ਭਾਈ ਕੱਟੂ ਬੜਾ ਭਾਵਨਾ ਵਾਲਾ ਹੈ ਗਰੀਬ ਵਿਚਾਰਾ, ਮਾਤੜ ਹੈ। ਜਿੰਨੀ ਕੁ ਸੇਵਾ ਹੁੰਦੀ ਆਏ ਗਏ ਦੀ ਕਰਦਾ ਹੈ। ਜਦੋਂ ਸੰਗਤ ਆਉਂਦੀ ਹੈ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਹੈ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਸੰਗਤ ਆਉਂਦੀ ਹੈ, ਤੇ ਉਹ ਸ਼ਹਿਦ ਲੈ ਕੇ ਨਾ, ਬੜਾ ਸ਼ਹਿਦ ਸੋਹਣਾ ਬਣਾ ਕੇ ਆਪਣੇ ਹੱਥੀਂ ਤਿਆਰ ਕਰਕੇ, ਉਸ ਸ਼ਹਿਦ ਨੂੰ ਇੱਕ ਬਰਤਨ ਭਾਂਡੇ ਵਿੱਚ ਪਾ ਕੇ ਇਹ ਸੰਗਤ ਕਾਫਲੇ ਰੂਪ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਜਾ ਰਹੀ ਹੈ। ਜਦੋਂ ਪਹੁੰਚੇ ਨੇ ਭਾਈ ਕੱਟੂ ਦੇ ਘਰ, ਤੇ ਮਹਾਰਾਜ ਦਾ ਹੁਕਮ ਸੀ ਵੀ ਉੱਥੇ ਰਹਿਣਾ, ਵਿਸ਼ਰਾਮ ਕਰਨਾ। ਜਦੋਂ ਉੱਥੇ ਸੰਗਤ ਆਵੇ, ਭਾਈ ਸਾਹਿਬ ਨੂੰ ਹੁਕਮ ਸੀ ਵੀ ਤੁਸੀਂ ਸੇਵਾ ਕਰਨੀ, ਸੰਗਤ ਨੂੰ ਸੀ ਵੀ ਆਉਂਦੇ ਜਾਂਦੇ ਜ਼ਰੂਰ ਸਿੱਖ ਦੇ ਕੋਲੋਂ ਹੋ ਕੇ ਆਉਣਾ। ਇਹ ਜਦੋਂ ਉਸ ਦੇ ਘਰ ਆਏ ਨੇ, ਭਾਈ ਕੱਟੂ ਨੇ ਸਾਰੀ ਰਾਤ ਇਹਨਾਂ ਦੀ ਬੜੀ ਸੇਵਾ ਕੀਤੀ, ਮੁੱਠੀ ਚਾਪੀ ਵੀ ਕੀਤੀ, ਜਲ ਪਾਣੀ ਵੀ ਛਕਾਇਆ, ਭਾਵਨਾ ਸਹਿਤ ਸਾਰੀ ਰਾਤ ਮਹਾਰਾਜ ਜੀ ਦੀਆਂ ਸਾਖੀਆਂ ਵੀ ਚੱਲਦੀਆਂ ਰਹੀਆਂ। ਦਿਨ ਦਾ ਚੜ੍ਹਾਅ ਹੋਇਆ ਤੇ ਤੁਰਨ ਲੱਗੀ ਸੰਗਤ, ਤੇ ਭਾਈ ਕੱਟੂ ਨੇ ਕਿਹਾ, ਸਾਧ ਸੰਗਤ ਮੈਂ ਡਰਦਾ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ। ਤੇ ਸੰਗਤ ਦੇ ਮੁਖੀ ਨੇ ਪੁੱਛਿਆ, ਜਿਹੜੇ ਆਏ ਸੀ, ਵੀ ਭਾਈ ਸਾਹਿਬ ਤੁਸੀਂ ਖੁੱਲ੍ਹ ਕੇ ਕਹੋ ਕੀ ਕਹਿਣਾ ਚਾਹੁੰਦੇ ਹੋ। ਉਹਨੇ ਕਿਹਾ ਡਰ ਵੀ ਲੱਗਦਾ ਹੈ। ਨੇ ਕਿਹਾ ਦੱਸੋ ਕੀ ਚਾਹੀਦਾ।
ਉਹਨੇ ਕਿਹਾ ਮੈਨੂੰ ਪਤਾ ਲੱਗਿਆ ਵੀ ਜਿਹੜਾ ਤੁਹਾਡੇ ਕੋਲੇ ਬਰਤਨ ਹੈ ਨਾ, ਇਸ ਬਰਤਨ ਦੇ ਵਿੱਚ ਸ਼ਹਿਦ ਹੈ। ਜੇ ਤੁਸੀਂ ਮੈਨੂੰ 1 ਚਮਚਾ ਸ਼ਹਿਦ ਦਾ ਦੇ ਦਿਓ ਤੇ ਤੁਹਾਡਾ ਧੰਨਵਾਦ ਹੋਏਗਾ। ਹੁਣ ਉਹਨਾਂ ਦੀ ਸੋਚ ਇਹ ਸੀ ਵੀ ਇਹ ਸ਼ਾਇਦ ਗੁਰੂ ਹਰਗੋਬਿੰਦ ਮਹਾਰਾਜ ਜੀ ਵਾਸਤੇ ਲੈ ਕੇ ਚੱਲੇ ਆ ਤੇ ਰਸਤੇ ਵਿੱਚ ਇਹਨੂੰ ਦੇ ਦਈਏ ਤੇ ਝੂਠਾ ਹੋ ਜਾਏਗਾ ਤੇ ਮਹਾਰਾਜ ਦੀਆਂ ਖੁਸ਼ੀਆਂ ਕਿਵੇਂ ਲਵਾਂਗੇ। ਇਹਨਾਂ ਨੇ ਕਿਹਾ ਵੀ ਅਸੀਂ ਸ਼ਾਇਦ ਨਹੀਂ ਦੇ ਸਕਦੇ। ਭਾਈ ਸਾਹਿਬ ਨੇ ਫਿਰ 2 ਵਾਰਾਂ ਕਿਹਾ ਵੀ ਮੇਰੀ ਮਿਹਨਤੀ ਹੈ ਵੀ ਇਹੋ ਜੀ ਚੀਜ਼ ਕਿਹੜੀ ਕਦੇ ਨਸੀਬ ਹੁੰਦੀ ਹੈ, ਮੈਨੂੰ ਜ਼ਰੂਰਤ ਹੈ ਜੇ 1 ਚਮਚਾ। ਉਹਨਾਂ ਕਿਹਾ ਨਹੀਂ, ਹੁਣ ਨਹੀਂ, ਮਹਾਰਾਜ ਇਹਨੂੰ ਪ੍ਰਵਾਨ ਕਰ ਲੈਣਗੇ ਉਸ ਤੋਂ ਬਾਅਦ ਵਿੱਚ। ਚਲੋ ਉਹਨੇ ਜ਼ਿਆਦਾ ਨਾ ਜ਼ੋਰ ਲਾਇਆ, ਉਹਨੇ ਕਿਹਾ ਜਿਵੇਂ ਤੁਹਾਡਾ ਸੰਗਤ ਜੀ ਹੁਕਮ ਹੈ। ਇਹ ਆਪਣਾ ਬਰਤਨ ਚੁੱਕਿਆ ਤੇ ਲੈ ਕੇ ਤੁਰ ਪਏ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਨਮਸਕਾਰ ਕੀਤੀ, ਮੱਥਾ ਟੇਕਿਆ। ਉਹ ਬਰਤਨ ਜਿਹੜਾ ਸੀ ਸ਼ਹਿਦ ਵਾਲਾ ਮਹਾਰਾਜ ਦੇ ਅੱਗੇ ਰੱਖ ਦਿੱਤਾ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਕਿਹਾ, ਮਹਾਰਾਜ ਇਹ ਬੜਾ ਹੀ ਸ਼ਹਿਦ ਅਸੀਂ ਆਪ ਮਹਾਰਾਜ ਇਹਨੂੰ ਲੈ ਕੇ ਆਏ ਹਾਂ, ਆਪ ਦਾ ਬਣਾਇਆ ਹੋਇਆ ਘਰ ਦਾ ਹੈ ਮਹਾਰਾਜ, ਤੇ ਇਹਨੂੰ ਅਸੀਂ ਕਈ ਦਿਨਾਂ ਦੇ ਲੈ ਕੇ ਤੁਰੇ ਹੋਏ ਹਾਂ। ਮਹਾਰਾਜ ਤੁਹਾਡੇ ਚਰਨਾਂ 'ਚ ਪਹੁੰਚਾਇਆ, ਤੁਸੀਂ ਕਿਰਪਾ ਕਰਕੇ ਇਹਨੂੰ ਭੋਗ ਲਾਓ, ਪ੍ਰਵਾਨ ਕਰੋ, ਛਕੋ ਮਹਾਰਾਜ। ਮੈਂ ਜਿਹੜੀ ਗੱਲ ਕਰ ਰਿਹਾ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਣ। ਉਹਨਾਂ ਵਿੱਚ ਤੇ ਰੱਬ ਦੇ ਵਿੱਚ ਭੇਦ ਹੀ ਕੋਈ ਨਹੀਂ ਹੁੰਦਾ। ਹਰ ਕਾ ਸੇਵਕ ਜੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਹੁਣ ਕਿਹਨੂੰ ਪਤਾ ਸੀ ਵੀ ਭਾਈ ਕੱਟੂ ਕੌਣ ਹੈ? ਕੋਈ ਸਮਝਦਾ ਥੋੜ੍ਹਾ, ਕਿਸੇ ਨੂੰ ਥੋੜ੍ਹਾ ਪਤਾ ਸੀ। ਉਹ ਝੁੱਗੀ 'ਚ ਰਹਿ ਰਿਹਾ, ਬਸਤਰ ਵੀ ਉੱਦਾਂ ਦੇ, ਖਾਣ ਨੂੰ ਵੀ ਇੰਨਾ ਕੁਝ ਨਹੀਂ ਕੋਲ, ਆਏ ਗਏ ਦੀ ਸੇਵਾ ਜਿੰਨੀ ਕਰਨੀ ਕਰ ਸਕਦਾ ਸੀ, ਪਰ ਕਿਸੇ ਨੂੰ ਕੋਈ ਨਹੀਂ ਸੀ ਪਤਾ ਵੀ ਹਰ ਜਨ ਹਰ ਅੰਤਰ ਨਹੀਂ ਵਾਲੀ ਅਵਸਥਾ ਹੈ। ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿ ਰਹੇ ਨੇ, ਤੁਸੀਂ ਸ਼ਾਇਦ ਕਹਿ ਰਹੇ ਹੋ? ਹਾਂ ਮਹਾਰਾਜ ਸ਼ਾਇਦ। ਤੇ ਮਹਾਰਾਜ ਨੇ ਕਿਹਾ, ਜਦੋਂ ਤਰਲੇ ਕਰ ਕਰਕੇ ਕਹਿ ਰਹੇ ਸਾਂ ਵੀ 1 ਚਮਚਾ ਦੇ ਦਿਓ, 1 ਚਮਚਾ ਦੇ ਦਿਓ, ਔਰ ਤੁਸੀਂ ਦਿੱਤਾ ਨਹੀਂ, ਹੁਣ ਮੈਂ ਸ਼ਾਇਦ ਕੀ ਕਰਨਾ ਹੈ। ਸਾਰਿਆਂ ਦੇ ਮੱਥੇ ਠਣਕੇ ਵੀ ਮਹਾਰਾਜ ਤੇ ਮਿਲੇ ਨਹੀਂ ਕਿਤੇ, ਰਸਤੇ 'ਚ ਕਿਤੇ ਮਿਲਾਪ ਹੀ ਨਹੀਂ ਹੋਇਆ ਮਹਾਰਾਜ ਨਾਲ। ਮਹਾਰਾਜ ਤੁਹਾਨੂੰ ਤਾਂ ਜਿਉਂ ਘਰੋਂ ਚੱਲੇ ਆ ਮਿਲੇ ਹੀ ਹੋਣੇ ਆ, ਤੇ ਤੁਸੀਂ ਸ਼ਾਇਦ ਕਿੱਥੇ ਮੰਗਿਆ ਸੀ? ਮਹਾਰਾਜ ਕਹਿੰਦੇ ਮੰਗਦੇ ਰਹੇ, ਤੁਹਾਨੂੰ ਕਹਿੰਦੇ ਰਹੇ 1 ਚਮਚਾ ਹੀ ਦੇ ਦਿਓ, 1 ਚਮਚਾ ਹੀ ਦੇ ਦਿਓ। ਫਿਰ ਮੱਥਾ ਠਣਕਿਆ, ਉਹ ਮਨਾ ਇਹ ਸ਼ਬਦ ਤੇ ਭਾਈ ਕੱਟੂ ਕਹਿ ਰਿਹਾ ਸੀ। ਮਹਾਰਾਜ ਜੇ ਸਿੱਖ ਦੇ ਕੋਲੇ ਠਹਿਰੇ ਸਾ ਰਾਤ, ਉਹ ਕਹਿ ਰਿਹਾ ਸੀ ਵੀ ਸ਼ਾਇਦ ਦਾ 1 ਚਮਚਾ ਦੇ ਦਿਓ। ਮਹਾਰਾਜ ਕਹਿੰਦੇ ਕੱਟੂ, ਭਾਈ ਕੱਟੂ ਨਹੀਂ ਸੀ ਸ਼ਾਇਦ ਮੰਗਦਾ, ਸ਼ਾਇਦ ਅਸੀਂ ਮੰਗਦੇ ਪਏ ਸਾਂ। ਹੁਣ ਇਹ ਸਾਖੀ ਮੈਂ ਸੁਣਾ ਰਹੀ, ਤੁਸੀਂ ਸੁਣ ਲਈ। ਇਹ ਕਿਹੜੀ ਅਵਸਥਾ ਹੋਏਗੀ ਜਿੱਥੇ ਗੁਰੂ ਕਹਿ ਰਿਹਾ ਸਿੱਖ ਦੇ ਰਾਹੀਂ ਵੀ ਸ਼ਾਇਦ ਮੈਂ ਮੰਗਦਾ ਪਿਆ ਸੀ? ਉਹ ਕਿਹੜੀ ਆ ਭੇਰਤਾ ਵਾਲੀ ਅਵਸਥਾ ਹੋਏਗੀ? ਇਹ ਤੇ ਫਿਰ ਭਾਈ ਕੱਟੂ ਜਾਣੇ ਤੇ ਜਾਂ ਗੁਰੂ ਜਾਣੇ। ਅਸੀਂ ਤਾਂ ਸੁਣਾ ਸਕਦੇ, ਤੁਸੀਂ ਸੁਣ ਸਕਦੇ ਹੋ, ਗੁਰਮੁਖੇ ਗੱਲਾਂ ਨਾਲ ਨਹੀਂ। ਇਹ ਅੱਜ ਦਾ ਸ਼ਲੋਕ ਜੋ ਕਹਿ ਰਿਹਾ ਕਿ ਜੇ ਘਟ ਸਿਮਰਨ ਰਾਮ ਕੋ, ਬਸ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਨਿਰੰਤਰ ਚੱਲ ਰਹੀ ਹੈ ਨਾ, ਮਹਾਰਾਜ ਕਹਿੰਦੇ ਅਭੇਦ ਵਾਲੀ ਅਵਸਥਾ ਤੇ ਉਹਨੂੰ ਹੀ ਹਾਸਲ ਹੋ ਸਕਦੀ ਹੈ ਜਿਹਦੇ ਅੰਦਰ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਯਾਦ ਸਦੀਵੀ ਤੌਰ ਤੇ ਚੱਲ ਰਹੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ, ਮਹਾਰਾਜ ਹੁਣ ਭਾਈ ਕੱਟੂ ਨੂੰ ਸ਼ਾਇਦ ਦੇ ਦਈਏ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਹੁਣ ਪ੍ਰਵਾਨ ਹੋ ਗਿਆ, ਕੋਈ ਨਹੀਂ। ਮੈਂ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ, ਇੱਕ ਸਿੱਖ ਦੇ ਉੱਤੇ ਕਿੰਨੀਆਂ ਰਹਿਮਤਾਂ ਕੀਤੀਆਂ, ਤੇ ਨਾਲ ਸੰਗਤ ਨੂੰ ਦੱਸ ਦਿੱਤਾ ਕਿ ਜਦੋਂ ਕਿਸੇ ਦੀ ਅਵਸਥਾ ਦੀ ਗੱਲ ਵੇਖਣੀ ਹੋਵੇ ਤੇ ਬਾਹਰੀ ਲਿਬਾਸ ਨਾ ਦੇਖਿਓ ਜੇ, ਉਹਦਾ ਰਹਿਣ ਸਹਿਣ ਦਾ ਢੰਗ ਨਾ ਦੇਖਿਓ ਜੇ, ਉਹਦਾ ਬਾਹਰੀ ਤੌਰ ਤੇ ਪਹਿਰਾਵਾ ਨਾ ਦੇਖਿਓ ਜੇ। ਕੋਈ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿਹੜੀ ਜਿਹੜੀ ਜੀਵ ਹੈ ਜਿਹੜਾ ਉਹ ਕਿਹੜੀ ਅਵਸਥਾ 'ਚ ਵਿਚਰ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਕਿਹਾ ਸੀ ਭਾਈ ਬੁੱਧੂ ਨੇ ਕਿ ਮਹਾਰਾਜ ਮੇਰੇ ਆਵੇ ਕੱਚੇ ਰਹਿ ਗਏ ਹੈ ਤੇ ਮਹਾਰਾਜ ਉਹਨਾਂ ਦੇ ਵਾਸਤੇ ਅਰਦਾਸ ਕਰਾਉਣੀ ਹੈ, ਤੇ ਮਹਾਰਾਜ ਨੇ ਕਿਹਾ ਸੰਗਤ ਸੱਦ ਕੇ ਲਾਹੌਰ ਅਰਦਾਸ ਕਰਵਾ ਲਵੀਂ। ਅਰਦਾਸ ਕਰਵਾਈ ਤੇ ਜਦੋਂ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਤੇ ਬੜਾ ਫੁੱਲਿਆ ਫਿਰੇ ਭਾਈ ਬੁੱਧੂ, ਵਾਹ ਵਾਹ ਮੈਂ ਤਾਂ ਬੜੀ ਸੇਵਾ ਕਰ ਲਈ। ਤੇ ਬਾਹਰ ਜਦੋਂ ਅੰਦਰ ਅਰਦਾਸ ਹੋਈ ਨਾ ਵੀ ਆਵੇ ਪੱਕੇ, ਤੇ ਬਾਹਰ ਇੱਕ ਮਸਤਾਨਾ ਕਹਿ ਰਿਹਾ ਸੀ ਆਵੇ ਕੱਚੇ। ਉਹਨੂੰ ਗੁੱਸਾ ਚੜ੍ਹ ਗਿਆ ਵੀ ਇਹ ਕੱਚੇ ਕਹਿ ਰਿਹਾ, ਅੰਦਰ ਤੇ ਪੱਕਿਆਂ ਦੀ ਅਰਦਾਸ ਹੋ ਰਹੀ ਹੈ। ਉਹਦੇ ਬਸਤਰ ਵੀ ਮੈਲੇ ਸਨ, ਉਹਨੂੰ ਕਮਲਾ ਸ਼ਦਾਈ ਸਮਝਦੇ ਸੀ। ਵੈਸੇ ਬਾਣੀ 'ਚ ਵੀ ਬਚਨ ਆਉਂਦਾ ਹੈ ਕਿ ਲੋਕ ਬੌਰਾ ਕਹਿੰਦੇ ਉਹਨੂੰ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਕੋਈ ਆਖੇ ਭੂਤਨਾ ਕੋ ਕਹਿ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਲੋਕਾਂ ਦੀਆਂ ਨਜ਼ਰਾਂ ਵਿੱਚ ਸੱਚਮੁੱਚ ਉਹ ਕਮਲੇ ਬੌਰੇ ਝੱਲੇ ਹੀ ਹੁੰਦੇ ਜੀ। ਉਹ ਕਬੀਰ ਸਾਹਿਬ ਨੇ ਕਿਹਾ ਲੋਕ ਸਾਨੂੰ ਬੌਰਾ ਕਹਿੰਦੇ ਆ, ਪਰ ਚੰਗਾ ਹੋਇਆ ਰੱਬ ਜੀ ਇਹੋ ਜਿਹਾ ਬੌਰਾ ਬਣਾ ਕੇ ਰੱਖੀ ਜਿਹੜਾ ਤੇਰੇ ਨਾਲ ਮਿਲਾਪ ਕਰਾ ਦੇਵੇ। ਮੈਂ ਬੇਨਤੀ ਕਰ ਰਿਹਾ, ਉਹ ਜਦੋਂ ਕਿਹਾ ਵੀ ਆਵੇ ਪੱਕੇ, ਬਾਹਰ ਕਹਿ ਰਿਹਾ ਸੀ ਕੱਚੇ, ਉਹਨਾਂ ਨੇ ਕਿਹਾ ਨੇ ਅਰਦਾਸ ਦੀ ਜਿਹੜੀ ਹੈ ਬੇਅਦਬੀ ਕੀਤੀ ਹੈ ਕਿ ਅਰਦਾਸ ਹੋ ਰਹੀ ਸੀ। ਉਹ ਸੀ ਭਾਈ ਲੱਖੂ, ਮਹਾਰਾਜ ਦਾ ਪਿਆਰਾ ਸਿੱਖ। ਇਹ ਗੱਲ ਗੁਰੂ ਅਰਜਨ ਦੇਵ ਦੇ ਦਰਬਾਰ ਵਿੱਚ ਪਹੁੰਚ ਗਈ ਕਿ ਮਹਾਰਾਜ ਲੱਖੂ ਕਹਿ ਰਿਹਾ ਸੀ ਇਹ ਗੱਲ। ਮਹਾਰਾਜ ਨੇ ਕਿਹਾ ਲੱਖੂ ਦੀ ਅਵਸਥਾ ਨੂੰ ਜਾਂ ਅਸੀਂ ਜਾਣਦੇ ਹਾਂ ਜਾਂ ਉਹ ਜਾਣਦਾ ਹੈ।
ਮਹਾਰਾਜ ਨੇ ਕਿਹਾ ਤੁਸੀਂ ਬਾਹਰੀ ਤੌਰ 'ਤੇ ਲੱਖੂ ਨੂੰ ਕਮਲਾ ਸਮਝਦੇ ਹੋ ਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹੁਣ ਲੱਖੂ ਹੀ ਅਰਦਾਸ ਕਰੂਗਾ ਤੁਹਾਡੇ ਆਵੇ ਦੀ। ਕੈਸੀਆਂ ਕੈਸੀਆਂ ਇਤਿਹਾਸ ਭਰਿਆ ਪਿਆ ਇਸ ਗੱਲ ਦੇ ਨਾਲ, ਕੈਸੀਆਂ ਕੈਸੀਆਂ ਘਟਨਾਵਾਂ ਨੇ ਸਿੱਖ ਜਗਤ ਦੇ ਅੰਦਰ, ਗੁਰੂ ਕਾਲ ਦੇ ਅੰਦਰ। ਇਉਂ ਕਹਿ ਲਓ ਕਿ ਮਹਾਰਾਜ ਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੇ ਬਾਅਦ ਵਿੱਚ ਵੀ ਐਸੀਆਂ ਘਟਨਾਵਾਂ ਸਿੱਖਾਂ ਦੇ ਜੀਵਨ ਦੀਆਂ ਵਾਪਰਦੀਆਂ ਰਹੀਆਂ। ਉਹਨਾਂ ਦੇ ਜੀਵਨ ਦੀਆਂ ਗੱਲਾਂ ਕਿਸੇ ਨੂੰ ਨਹੀਂ ਸੀ ਪਤਾ ਵੀ ਭਾਈ ਲੱਧਾ ਕੌਣ ਹੈ। ਏਡੀ ਵੱਡੀ ਅਵਸਥਾ ਦਾ ਮੈਂ ਜਿਹੜੀ ਬੇਨਤੀ ਹੁਣ ਕਰ ਰਿਹਾ ਇਸ ਤੋਂ ਉੱਤੇ ਬੋਲ ਰਿਹਾ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਇਸ ਤੋਂ ਉੱਤੇ ਮੈਂ ਬੋਲ ਰਿਹਾ ਤੇ ਸਮਾਪਤੀ ਕਰਨ ਲੱਗਿਆ। ਉਹਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਾ ਜਾਣੋ। ਬਾਣੀ ਕਹਿ ਰਹੀ ਹੈ ਕਿਸੇ ਨੂੰ ਕੋਈ ਨਹੀਂ ਸੀ ਪਤਾ ਵੀ ਭਾਈ ਲੱਧਾ ਏਡੀ ਵੱਡੀ ਅਵਸਥਾ ਦਾ ਮਾਲਕ ਹੈ, ਗੁਰੂ ਦਾ ਰੂਪ ਬਣ ਚੁੱਕਿਆ ਹੈ। ਜਦੋਂ ਸੱਤਾ ਤੇ ਬਲਵੰਡ ਜੀ ਚਲੇ ਗਏ ਸਨ ਨਾਰਾਜ਼ ਹੋ ਕੇ, ਤੇ ਜਦੋਂ ਉਹਨਾਂ ਨੂੰ ਬਖਸ਼ਾਉਣ ਦੀ ਗੱਲ ਆਈ, ਫਿਰ ਇੱਕੋ ਹੀ ਸਿੱਖ ਨਜ਼ਰ ਆਇਆ। ਕਹਿੰਦੇ ਲਾਹੌਰ ਚੱਲ ਜਾਓ ਭਾਈ ਲੱਧੇ ਦੇ ਕੋਲੇ। ਉਹਦਾ ਨਾਂ ਹੀ ਪੈ ਗਿਆ ਪਰਉਪਕਾਰੀ। ਉਹਨੂੰ ਜਾ ਕੇ ਬੇਨਤੀ ਕੀਤੀ ਜੀ ਅਸੀਂ ਭੁੱਲ ਬਖਸ਼ਾਉਣੀ ਚਾਹੁੰਦੇ ਹਾਂ। ਉਹ ਫਿਰ ਆਪ ਚੱਲ ਕੇ ਆਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ। ਮਹਾਰਾਜ ਨੇ ਦੂਰੋਂ ਵੇਖਿਆ ਭਾਈ ਲੱਧਾ ਜੀ ਵੱਲੇ, ਤੇ ਗੁਰੂ ਅਰਜਨ ਦੇਵ ਜੀ ਨੇ ਇੰਨੇ ਹੀ ਬਚਨ ਕਹੇ, ਭਾਈ ਲੱਧਾ ਜੀ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਸੀ, ਤੁਸੀਂ ਸਿਣਿਆ ਹੀ ਭੇਜ ਦਿੰਦੇ, ਅਸੀਂ ਮਾਫ ਕਰ ਦਿੰਦੇ। ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਲਿਆਵੇਗਾ ਤੇ ਮੈਂ ਇਹਨਾਂ ਨੂੰ ਮਾਫ ਨਹੀਂ, ਇਹ ਮਾਫ ਨਹੀਂ ਕੀਤੇ ਜਾ ਸਕਦੇ, ਕਿਉਂਕਿ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲੇ ਨੇ। ਉਹਨਾਂ ਦੇ ਬਾਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਲੱਧਾ ਜੀ ਤੁਸੀਂ ਆ ਗਏ ਹੋ, ਜੇ ਤੁਸੀਂ ਸੁਣਿਆ ਹੀ ਭੇਜ ਦਿੰਦੇ ਤੇ ਅਸੀਂ ਇਹਨਾਂ ਨੂੰ ਮਾਫ ਕਰ ਦਿੰਦੇ। ਇਹਦਾ ਮਤਲਬ ਹੋ ਗਿਆ ਕਿੰਨੀ ਉੱਚੀ ਅਵਸਥਾ ਦਾ ਮਾਲਕ ਹੋਏਗਾ ਉਹ ਸਿੱਖ, ਜਿਹਨੂੰ ਸਤਿਗੁਰੂ ਕਹਿੰਦੇ ਤੁਸੀਂ ਸੁਣਿਆ ਹੀ ਭੇਜ ਦਿੰਦੇ ਹੋ ਤੇ ਇਹ ਮਾਫ ਕੀਤੇ ਜਾ ਸਕਦੇ ਸਨ। ਮੈਂ ਬੇਨਤੀ ਕਰ ਰਿਹਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸ਼ਲੋਕ ਕਹਿ ਰਿਹਾ ਹੈ ਕਿ ਉਹਨਾਂ ਵਿੱਚ ਤੇ ਰੱਬ ਦੇ ਵਿੱਚ ਕੋਈ ਭੇਦ ਨਾ ਸਮਝੋ। ਉਹ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ ਆ, ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ। ਉਹਨਾਂ ਵਿੱਚ ਪਰਮਾਤਮਾ ਵਰਗੇ ਰੱਬੀ ਗੁਣ ਪੈਦਾ ਹੋ ਜਾਂਦੇ ਹੈ। ਤੇ ਗੁਰਮੁਖੋ ਮੇਰੇ ਸਾਹਮਣੇ ਸਮਾਂ ਵੀ ਹੁੰਦਾ ਜਾਂਦਾ ਤੇ ਮੇਰੇ ਸਾਹਮਣੇ ਇੰਨਾ ਕੁਝ ਇਤਿਹਾਸ ਸਾਹਮਣੇ ਖੁੱਲ੍ਹ ਕੇ ਆ ਰਿਹਾ, ਮੈਂ ਕਿਹੜੀ ਕਿਹੜੀ ਗੱਲ ਛੱਡਾਂ ਤੇ ਕਿਹੜੀ ਰਹਿਣ ਦੇ। ਇੱਕ ਘਟਨਾ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗ ਲੈਂਦਾ ਹਾਂ। ਜਦੋਂ ਆਨੰਦਪੁਰ ਦੀ ਲੜਾਈ ਹੋ ਰਹੀ ਹੈ, ਕਿਉਂਕਿ ਇਸ ਤੁਕ ਦੇ ਉੱਤੇ ਤੁਸੀਂ ਜਿੰਨਾ ਮਰਜ਼ੀ ਇਹਦੀ ਵਿਆਖਿਆ ਮੁੱਕ ਨਹੀਂ ਸਕਦੀ ਕਿ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਲੜਾਈ ਹੋ ਰਹੀ ਹੈ ਆਨੰਦਪੁਰ ਸਾਹਿਬ, ਜਦੋਂ ਸਾਰਿਆਂ ਨੂੰ ਵੱਢ ਟੁੱਕ ਕੇ ਸਿੱਖ ਸੁੱਟ ਰਹੇ ਨੇ, ਇੱਕ ਉੱਥੇ ਆ ਰਿਹਾ ਉਹ ਪਾਣੀ ਪਿਆਈ ਜਾਂਦਾ ਮਸ਼ਕ ਦੇ ਨਾਲ। ਸੁਣਿਆ ਪਹੁੰਚ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿ ਮਹਾਰਾਜ ਜਿਨ੍ਹਾਂ ਨੂੰ ਵੱਢ ਕੇ ਸੁੱਟਦੇ ਉਹਨਾਂ ਨੂੰ ਪਾਣੀ ਪਿਆ ਕੇ ਜਿੰਦਾ ਕਰੀ ਜਾ ਰਿਹਾ। ਮਹਾਰਾਜ ਨੇ ਆਪਣੇ ਕੋਲ ਬੁਲਾਇਆ। ਮਹਾਰਾਜ ਕਹਿੰਦੇ ਕਨ੍ਹਈਆ ਜੀ, ਭਾਈ ਕਨ੍ਹਈਆ ਜੀ ਤੁਹਾਡੀ ਸ਼ਿਕਾਇਤ ਆਈ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ। ਹਰ ਜਨ ਹਰ ਅੰਤਰ ਨਹੀਂ ਵਾਲਾ ਜਿਹੜਾ ਰੱਬ ਦਾ ਰੂਪ ਬਣ ਜਾਂਦਾ ਹੈ, ਆਖਰਕਾਰ ਉਹਦੀਆਂ ਨਿਸ਼ਾਨੀਆਂ ਵੀ ਤੇ ਕੁਝ ਹੋਣ ਨਾ ਵੀ ਕਿਹੋ ਜਿਹੀਆਂ ਹੁੰਦੀਆਂ ਨੇ। ਮਹਾਰਾਜ ਕਹਿੰਦੇ ਸਾਨੂੰ ਪਤਾ ਲੱਗਿਆ ਤੁਸੀਂ ਪਾਣੀ ਪਿਆਉਂਦੇ ਹੋ ਦੁਸ਼ਮਣਾਂ ਨੂੰ। ਉਹਨੇ ਕਿਹਾ ਮਹਾਰਾਜ ਕਿਸੇ ਦੁਸ਼ਮਣ ਨੂੰ ਮੈਂ ਤਾਂ ਪਾਣੀ ਨਹੀਂ ਪਿਆਇਆ। ਮਹਾਰਾਜ ਕਹਿੰਦੇ ਫਿਰ ਸਿੱਖ ਝੂਠ ਬੋਲਦੇ ਹੈ। ਉਹਨੇ ਕਿਹਾ ਮਹਾਰਾਜ ਇਹ ਸੱਚੇ ਨੇ, ਝੂਠ ਨਹੀਂ ਬੋਲ ਰਹੇ। ਇਹਨਾਂ ਦੀ ਦ੍ਰਿਸ਼ਟੀ 'ਚ ਹੋ ਸਕਦਾ ਦੁਸ਼ਮਣ ਹੋਣ ਮਹਾਰਾਜ ਜਿਹਦੇ ਬੁੱਕ ਵਿੱਚ ਮੈਂ ਪਾਣੀ ਪਿਆ ਰਿਹਾ ਹਾਂ। ਹੁਣ ਇਹ ਸਾਖੀਆਂ ਅਸੀਂ ਸੁਣਦੇ ਹਾਂ, ਮੈਂ ਸੁਣਾ ਰਿਹਾ ਤੁਸੀਂ ਸੁਣ ਲਈ ਹੈ, ਪਰ ਅਵਸਥਾ ਦਾ ਤਾਂ ਅੰਦਾਜ਼ਾ ਅਸੀਂ ਨਾਲ ਲਾ ਨਹੀਂ ਨਾ ਸਕਦੇ। ਉਹ ਕਹਿ ਰਿਹਾ ਮਹਾਰਾਜ ਜਿਹੜਾ ਬੁੱਕ ਕਰਦਾ ਹੈ ਉਹਦੇ ਬੁੱਕ ਵਿੱਚ ਜਦੋਂ ਮੈਂ ਪਾਣੀ ਪਾਉਣਾ ਹਾਂ, ਪਾਣੀ ਪਾਉਣ ਲੱਗਿਆ ਮੈਨੂੰ ਤਾਂ ਤੁਹਾਡਾ ਚਿਹਰਾ ਨਜ਼ਰ ਆਉਂਦਾ, ਮੈਨੂੰ ਨਹੀਂ ਪਤਾ ਕੋਈ ਸਿੱਖ ਹੈ ਕਿ ਮੁਸਲਮਾਨ ਹੈ ਕਿ ਦੁਸ਼ਮਣ ਹੈ ਕਿ ਮਿੱਤਰ ਹੈ। ਹੁਣ ਹਰ ਜਨ ਹਰ ਅੰਤਰ ਨਹੀਂ ਕੌਣ ਬਣੇਗਾ? ਹਰੀ ਵਿੱਚ ਤੇ ਰੱਬ ਦੇ, ਇਹਦਾ ਮਤਲਬ ਰੱਬ ਨਿਰਵੈਰ ਹੈ ਨਾ। ਰੱਬ ਕਿਸੇ ਨਾਲ ਵੈਰ ਨਹੀਂ ਕਰਦਾ ਤੇ ਰੱਬ ਦਾ ਬਣਾਇਆ ਹੋਇਆ ਕਿਸੇ ਨਾਲ ਵੈਰ ਕਿਵੇਂ ਕਰ ਜਾਏਗਾ? ਮਹਾਰਾਜ ਕਹਿੰਦੇ ਭਾਈ ਕਨ੍ਹਈਆ ਤੇਰੀ ਇੰਨੀ ਉੱਚੀ ਅਵਸਥਾ, ਮਹਾਰਾਜ ਕਹਿੰਦੇ ਫਿਰ ਮਲਮ ਪੱਟੀ ਲੈ ਜਾ, ਉੱਥੇ ਮਲਮ ਪੱਟੀ ਵੀ ਕਰ। ਗੁਰੂ ਤੇ ਫਿਰ ਸਿੱਖ ਤੋਂ ਅੱਗੇ ਹੈ ਨਾ। ਮਹਾਰਾਜ ਕਹਿੰਦੇ ਮਲਮ ਪੱਟੀ ਕਰ ਫਿਰ ਉਹਨਾਂ ਜ਼ਖਮਾਂ ਦੇ ਉੱਤੇ। ਮੈਂ ਤਾਂ ਕਹਿ ਰਿਹਾ ਗੁਰਮੁਖੋ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਹੈ ਭਾਈ ਜਿਸ ਹਿਰਦੇ ਅੰਦਰ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਯਾਦ ਹੈ, ਉਹਦਾ ਸਿਮਰਨ ਹੈ, ਉਹਦਾ ਚਿੰਤਨ ਹੈ, ਮਹਾਰਾਜ ਕਹਿੰਦੇ ਉਹ ਪਹਿਲੀ ਗੱਲ ਤੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਦੂਸਰੀ ਗੱਲ ਮਹਾਰਾਜ ਕਹਿੰਦੇ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਉਸ ਵਿੱਚ ਤੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ, ਉਹ ਇੱਕ ਰੂਪ ਪਰਮਾਤਮਾ ਦਾ ਹੋ ਜਾਂਦਾ ਹੈ। ਅੱਜ ਦੇ ਸ਼ਲੋਕ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਕੀਤੀ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਭ ਨੂੰ ਸਮੱਤ ਆ ਜਾਏ, ਸਾਡੇ ਅੰਦਰੋਂ ਨਫ਼ਰਤ, ਊਚ ਨੀਚ ਦੇ ਭਿੰਨ ਭੇਦ, ਜਾਤ ਪਾਤਾਂ ਦੇ ਇਹ ਖਤਮ ਹੋ ਜਾਣ ਤੇ ਇਹ ਸਮਝ ਆ ਜਾਏ ਕਿ ਹਰੇਕ ਦੇ ਵਿੱਚ ਉਹਦੀ ਜੋਤ ਚੱਲ ਰਹੀ ਹੈ ਪਰਮਾਤਮਾ ਦੀ। ਉਹਦੀ ਜੋਤ ਵਰਤਦਿਆਂ ਹੋਇਆਂ ਜੇ ਅਸੀਂ ਪਰਮਾਤਮਾ ਨੂੰ ਪਿਆਰ ਕਰਦੇ ਹਾਂ, ਉਹਦੀ ਮਨੁੱਖਤਾ ਨੂੰ ਪਿਆਰ ਕਰਨਾ ਵੀ ਪਰਮੇਸ਼ਰ ਨੂੰ ਹੀ ਪਿਆਰ ਕਰਨਾ ਹੈ। ਸਤਿਗੁਰੂ ਐਸੀ ਸਮੱਤ ਸਾਨੂੰ ਸਭ ਨੂੰ ਬਖਸ਼ਿਸ਼ ਕਰਨ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ,
ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।